ਸ਼ਬਦ ਦਾ ਅਭਿਆਸ ਕਰਨ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਹੁੰਦੇ, ਪਰਮਾਤਮਾ ਨੂੰ ਭਾਵ 'ਚ ਆ ਜਾਂਦਾ। ਕਹਿੰਦੇ ਦੇਖ ਸਕਦਾ ਤੂੰ ਬਿਲਕੁਲ, ਪਰ ਗੁਰ ਸ਼ਬਦ ਦੁਆਰਾ ਇੱਕ ਹੀ ਆਸਰਾ ਹੈ, ਗੁਰੂ ਦੇ ਸ਼ਬਦ ਦਾ ਅਭਿਆਸ, ਜਿਸ ਕਰਕੇ ਪਰਮਾਤਮਾ ਨੂੰ ਭਾਵ 'ਚ ਆਉਂਦਾ। ਉਵੇਂ ਪਰਮਾਤਮਾ ਦਿਸਣ ਵਾਲੀ ਚੀਜ਼ ਨਹੀਂ ਹੈ, ਦਿਸਣਾ ਆਕਾਰ ਨੇ ਹੈ, ਪਰ ਗੁਰੂ ਦੇ ਸ਼ਬਦ ਦੇ ਅਭਿਆਸ ਨਾਲ ਜਿਸ ਸਰੂਪ ਵਿੱਚ ਵੀ ਆਪਾਂ ਦਰਸ਼ਨ ਕਰਨੇ ਚਾਹਾਂਗੇ, ਉਹ ਸਰੂਪ ਧਾਰਨ ਕਰਕੇ ਆਪਾਂ ਨੂੰ ਦਰਸ਼ਨ ਦੇ ਦੇਗਾ ਸ਼ਬਦ ਦੇ ਆਸਰੇ ਨਾਲ। ਮਰਤ ਪਿਆਲ ਆਕਾਸ ਦਿਖਾਇਓ। ਮਰਤ ਦਾ ਅਰਥ ਹੁੰਦਾ ਮਾਤ ਲੋਕ, ਜਿਸ ਵਿੱਚ ਆਪਾਂ ਵਸ ਰਹੇ। ਪਿਆਲ ਪਤਾਲ ਲੋਕ, ਆਕਾਸ਼ ਆਕਾਸ਼ ਲੋਕ। ਮਰਤ ਪਿਆਲ ਆਕਾਸ਼ ਦਿਖਾਇਓ, ਗੁਰ ਸਤਿਗੁਰ ਕਿਰਪਾ ਧਾਰੀ ਜੀਓ। ਕਹਿੰਦੇ ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਸਾਨੂੰ ਮਾਤ ਲੋਕ, ਪਤਾਲ ਲੋਕ, ਆਕਾਸ਼ ਲੋਕ ਵਿੱਚ ਸਾਰੇ ਪਾਸੇ ਅਕਾਲ ਪੁਰਖ ਵਾਹਿਗੁਰੂ ਦਿਖਾ ਦਿੱਤਾ। ਪਰ ਇਹ ਕਿਰਪਾ ਗੁਰੂ ਸਾਹਿਬ ਨੇ ਕੀਤੀ। ਗੁਰੂ ਸਾਹਿਬ ਨੇ ਕਿਰਪਾ ਕਰਕੇ ਕਹਿੰਦੇ ਸਾਡੇ ਅਨੁਭਵ ਵਿੱਚ ਪਤਾਲ, ਆਕਾਸ਼, ਧਰਤੀ ਸਭ ਪਾਸੇ ਉਹ ਅਕਾਲ ਪੁਰਖ ਵਾਹਿਗੁਰੂ ਲਿਆ ਦਿੱਤਾ। ਸ਼ਬਦ ਦੇ ਅਭਿਆਸੀ ਨੇ ਹੀ ਅਸਲ ਵਿੱਚ ਸਾਧ ਸੰਗਤ ਜੀ ਆਪਾਂ ਨੂੰ ਦੱਸਿਆ ਵੀ ਗੁਰਮੁਖੋ, ਇਹ ਪ੍ਰਮਾਤਮਾ ਸਭ ਥਾਵਾਂ ਤੇ ਜਲ ਥਲ ਮਹੀਲ ਗੁਪਤੋ ਵਰਤ ਹੈ। ਉਹ ਅਕਾਲ ਪੁਰਖ ਵਾਹਿਗੁਰੂ ਸਭ ਪਾਸੇ ਵਸ ਰਿਹਾ। ਸ਼ਬਦ ਦੇ ਅਭਿਆਸੀਆਂ ਨੇ ਦੱਸਿਆ, ਨਹੀਂ ਤੇ ਪਤਾ ਹੀ ਨਹੀਂ ਸੀ ਲੱਗਣਾ। ਉਵੇਂ ਕਿਵੇਂ ਪਤਾ ਲੱਗਣਾ ਸੀ ਵੀ ਪਰਮੇਸ਼ਰ ਦਿਖਾਈ ਦੇ ਜਾਂਦਾ। ਸੋ ਬ੍ਰਹਮ ਅਜੋਨੀ ਹੈ ਪੀ ਹੋਨੀ। ਕਹਿੰਦੇ ਉਹ ਜਿਹੜਾ ਬ੍ਰਹਮ ਹੈ ਨਾ, ਬ੍ਰਹਮ ਦਾ ਅਰਥ ਹੁੰਦਾ ਵਿਆਪੀ, ਜਿਹੜਾ ਸਰਵ ਵਿਆਪਕ ਅਕਾਲ ਪੁਰਖ ਵਾਹਿਗੁਰੂ ਹੈ, ਉਹ ਜੂਨੀਆਂ 'ਚ ਨਹੀਂ ਆਉਂਦਾ। ਹਾਂ, ਜੂਨ ਵਿੱਚ ਆਵੇਗਾ ਤਾਂ ਸਰਗੁਣ ਸਰੂਪ 'ਚ ਵੀ ਆਪਾਂ ਦੇਖ ਸਕਦੇ ਹਾਂ, ਪਰ ਪਰਮਾਤਮਾ ਜੂਨੀਆਂ 'ਚ ਆਉਂਦਾ ਨਹੀਂ। ਇਸ ਕਰਕੇ ਕਹਿੰਦੇ ਗੁਰੂ ਦੇ ਸ਼ਬਦ ਦੁਆਰਾ ਹੀ ਸਿਰਫ ਦੇਖ ਸਕਦੇ ਹਾਂ, ਸ਼ਬਦ ਤੋਂ ਬਿਨਾਂ ਨਹੀਂ। ਤੇ ਗੁਰੂ ਦੇ ਸ਼ਬਦ ਦਾ ਅਭਿਆਸ ਕਰਕੇ ਵੀ ਉਹ ਅੰਦਰਲੇ ਨੇਤਰਾਂ ਨਾਲ ਹਰ ਵੇਲੇ ਦਿਖਾਈ ਦੇਣ ਲੱਗ ਪੈਂਦਾ, ਗਿਆਨ ਦੇ ਨੇਤਰਾਂ ਨਾਲ। ਜਿਵੇਂ ਗਿਆਨ ਦੇ ਨੇਤਰਾਂ ਨਾਲ ਹੀ ਸਾਧ ਸੰਗਤ ਜੀ ਆਪਾਂ ਦੇਖਦੇ ਹਾਂ ਵੀ ਹੱਥ ਵਿੱਚ ਫੜਿਆ ਹੋਇਆ ਜਿਹੜਾ ਫਲ ਹੈ, ਕੋਈ ਫਰੂਟ ਆਪਾਂ ਆਪਣੇ ਹੱਥ 'ਚ ਫੜੀਏ ਤੇ ਅੱਖਾਂ ਨਾਲ ਦੇਖ ਕੇ ਨਹੀਂ ਦੱਸ ਸਕਦੇ ਵੀ ਇਹ ਮਿੱਠਾ ਕਿ ਫਿੱਕਾ। ਮੰਨ ਲਓ ਆਪਾਂ ਅੰਬ ਲਿਆਂਦਾ ਤੇ ਆਉਂ ਹੱਥ 'ਚ ਫੜ ਕੇ ਪੱਕਿਆ ਹੋਇਆ ਵੀ ਭਾਵਾਂ ਹੋਵੇ, ਪਰ ਆਪਾਂ ਦੇਖ ਕੇ ਵੀ ਦੱਸ ਨਹੀਂ ਸਕਦੇ ਵੀ ਇਹ ਖੱਟਾ ਨਿਕਲੇਗਾ ਕਿ ਮਿੱਠਾ ਨਿਕਲੇਗਾ। ਖਾ ਕੇ ਪਤਾ ਲੱਗੇਗਾ ਉਹਨੂੰ, ਚੱਖ ਕੇ ਮਿੱਠਾ ਸੀ ਕਿ ਖੱਟਾ ਸੀ। ਪਰ ਖਾ ਕੇ ਦੇਖਣਾ ਜਿਹੜਾ, ਉਹ ਇਹਨਾਂ ਅੱਖਾਂ ਨਾਲ ਨਹੀਂ ਦੇਖੀਦਾ। ਇਹਨਾਂ ਅੱਖਾਂ ਨਾਲ ਦੇਖ ਕੇ ਸਿਰਫ ਆਪਾਂ ਨੂੰ ਰੰਗ ਦਾ ਪਤਾ ਲੱਗ ਗਿਆ ਵੀ ਹਾਂ ਪੱਕਾ ਲੱਗਦਾ ਵੇਖਣ ਨੂੰ, ਪਰ ਉਹਦੇ ਰਸ ਦਾ ਕੀ ਹੈ, ਇਹ ਇਹਨਾਂ ਅੱਖਾਂ ਨੇ ਨਹੀਂ ਦੇਖ ਕੇ ਦੱਸਣਾ। ਉਹ ਗਿਆਨ ਨੇ ਆਪਾਂ ਨੂੰ ਦੱਸਣਾ। ਜਦੋਂ ਖਾਵਾਂਗੇ, ਮੂੰਹ 'ਚ ਪਾਵਾਂਗੇ, ਤਾਂ ਫਿਰ ਮੂੰਹ 'ਚ ਕੋਈ ਅੱਖਾਂ ਨਹੀਂ ਹੈਗੀਆਂ। ਉਹ ਸਿਰਫ ਗਿਆਨ ਨਾਲ ਆਪਾਂ ਨੂੰ ਪਤਾ ਲੱਗੂ ਵੀ ਹਾਂ ਮਿੱਠਾ ਸੀ ਭਾਈ, ਜਾਂ ਫਿਰ ਖੱਟਾ ਨਿਕਲ ਆਇਆ। ਇਹ ਤਾਂ ਗਿਆਨ ਦੇ ਨੇਤਰਾਂ ਨਾਲ। ਬਸ ਉਹ ਸ਼ਬਦ ਦੇ ਅਭਿਆਸ ਕਰਕੇ ਗਿਆਨ ਦੇ ਨੇਤਰਾਂ ਦੁਆਰਾ ਅਕਾਲ ਪੁਰਖ ਵਾਹਿਗੁਰੂ ਸਾਰੇ ਪਾਸਿਓਂ ਦਿਖਾਈ ਦੇ ਜਾਂਦਾ। ਸੋ ਬ੍ਰਹਮ ਅਜੋਨੀ ਹੈ ਪੀ ਹੋਨੀ। ਕਹਿੰਦੇ ਉਹ ਜੂਨਾਂ 'ਚ ਆਉਣ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਪਹਿਲਾਂ ਵੀ ਸੀ, ਹੁਣ ਵੀ ਹੈ, ਅਗਾਂਹ ਵੀ ਹੋਵੇਗਾ। ਹੈ ਪੀ ਹੋਨੀ, ਉਹ ਪਹਿਲਾਂ ਵੀ ਸੀ, ਹੁਣ ਵੀ ਹੈ, ਅਗਾਂਹ ਵੀ ਹੋਵੇਗਾ। ਅਗਾਂਹ ਹੋਵੇਗਾ ਦਾ ਮਤਲਬ ਸੰਸਾਰ ਭਾਵੇਂ ਹੋਵੇ ਭਾਵੇਂ ਨਾ ਹੋਵੇ, ਸੂਰਜ, ਚੰਦਰਮਾ, ਸਮੁੰਦਰ, ਧਰਤੀ, ਜੀਵ ਹੋਣ ਜਾਂ ਨਾ ਹੋਣ, ਪਰਮਾਤਮਾ ਫਿਰ ਵੀ ਹੋਣਾ ਹੀ, ਉਹਨੇ ਸਦਾ ਹੀ ਰਹਿਣਾ। ਇਸ ਲਈ ਉਹਨੂੰ ਕਹਿੰਦੇ ਆ ਭਾਈ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ, ਨਾਨਕ ਹੋਸੀ ਪੀ ਸੱਚ। ਉਹ ਸਦਾ ਸੱਚ ਹੈ, ਸੱਚ ਕਦੇ ਵੀ ਨਹੀਂ ਮੁੱਕਣਾ ਹੁੰਦਾ, ਸੱਚ ਕਦੇ ਖਤਮ ਨਹੀਂ ਹੁੰਦਾ। ਤਾਂ ਪ੍ਰਮਾਤਮਾ ਨੂੰ ਹੀ ਸਿਰਫ ਸੱਚ ਕਹਿੰਦੇ ਆ। ਸੰਸਾਰ ਨੂੰ, ਆਕਾਰ ਨੂੰ ਕਦੇ ਸੱਚ ਨਹੀਂ ਆਖਿਆ ਜਾਂਦਾ। ਕਿਉਂ? ਨਾਸ ਹੋਣ ਵਾਲੇ ਨੂੰ ਸੱਚ ਨਹੀਂ ਕਹਿੰਦੇ। ਸੱਚ ਸਿਰਫ ਉਹ ਜਿਹਨੇ ਸਦਾ ਰਹਿਣਾ। ਸੋ ਬ੍ਰਹਮ ਅਜੋਨੀ ਹੈ ਪੀ ਹੋਨੀ, ਘਟ ਭੀਤਰ ਦੇਖ ਮੁਰਾਰੀ ਜੀ। ਹੁਣ ਇਹ ਜਿਹੜੀ ਪੰਕਤੀ ਆਈ ਨਾ ਜੀ, ਘਟ ਭੀਤਰ ਦੇਖ, ਇਹ ਵਿਸ਼ੇਸ਼ ਧਿਆਨ ਮੰਗਦੀ ਹੈ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਜਿਹੜਾ ਪਹਿਲਾਂ ਵੀ ਸੀ, ਹੁਣ ਵੀ ਹੈ, ਅਗਾਂਹ ਵੀ ਸਦਾ ਰਹੇਗਾ, ਤੂੰ ਉਹਨੂੰ ਆਪਣੇ ਹਿਰਦੇ 'ਚੋਂ ਦੇਖਣਾ, ਆਪਣੇ ਅੰਦਰੋਂ। ਬਹੁਤੀ ਦੁਨੀਆ, ਸੰਸਾਰ ਦੇ ਬਹੁਤੇ ਜੀ ਜਿਹੜੇ ਪ੍ਰਮਾਤਮਾ ਦੀ ਪ੍ਰਾਪਤੀ ਲਈ ਵੀ ਯਤਨ ਕਰਦੇ ਹੋਣ, ਉਹ 98% ਲੋਕ ਪ੍ਰਮਾਤਮਾ ਨੂੰ ਬਾਹਰੋਂ ਦੇਖਣਾ ਚਾਹੁੰਦੇ। ਇੱਕ ਭਰਮ ਹੁੰਦਾ ਐ ਵੀ ਸ਼ਾਇਦ ਪ੍ਰਮਾਤਮਾ ਆਪਾਂ ਨੂੰ ਕਿਤੋਂ ਬਾਹਰੋਂ ਦਿਸਣਾ, ਪਰ ਗੁਰੂ ਨਾਨਕ ਪਾਤਸ਼ਾਹ ਦੇ ਬਚਨ ਕਹਿੰਦੇ ਨਹੀਂ, ਘਟ ਭੀਤਰ ਦੇਖ ਮੁਰਾਰੀ ਜੀ। ਕਹਿੰਦੇ ਉਸ ਮੁਰਾਰੀ ਨੂੰ ਤੂੰ ਆਪਣੇ ਅੰਦਰ ਦੇਖ।
ਬਾਹਰੋਂ ਤਾਂ ਦਿਸੇਗਾ ਜੇ ਤੈਨੂੰ ਪਹਿਲਾਂ ਅੰਦਰੋਂ ਦਿਸ ਪਿਆ ਤੇ। ਅੰਦਰੋਂ ਨਾ ਦਿਸਿਆ ਬਾਹਰੋਂ ਨਹੀਂ ਦਿਸਣਾ। ਇਸੇ ਗੱਲ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਖਿਆ, ਕਾਹੇ ਰੇ ਬਨ ਖੋਜਨ ਜਾਈ, ਸਰਬਨਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਗੁਰੂ ਤੇਗ ਬਹਾਦਰ ਸਾਹਿਬ ਦੇ ਵੀ ਬਚਨ। ਕਹਿੰਦੇ ਜੰਗਲ 'ਚ ਕੀ ਲੱਭਣ ਚੱਲਿਆ ਭਾਈ, ਕਾਹੇ ਰੇ ਬਨ ਖੋਜਣ ਜਾਈ, ਸਰਬਨਵਾਸੀ ਸਦਾ ਅਲੇਪਾ। ਕਹਿੰਦੇ ਉਹ ਸਾਰਿਆਂ ਨਾਲ ਵਸਣ ਵਾਲਾ ਨਿਰਲੇਪ ਪ੍ਰਮਾਤਮਾ, ਤੋਹੀ ਸੰਗ ਸਮਾਈ। ਕਹਿੰਦੇ ਤੇਰੇ ਕੋਲ ਵੀ ਹੈ, ਤੇਰੇ ਅੰਦਰ ਵੀ ਸਮਾਇਆ ਹੋਇਆ, ਇਸ ਕਰਕੇ ਬਾਹਰ ਕਿੱਥੇ ਚੱਲਣਾ ਤੂੰ। ਬਾਹਰ ਤਾਂ ਜਾ ਨਾ, ਊਹਾਂ ਤਾਓ ਜਾਈਏ ਜੋ ਈਹਾਂ ਨਾ ਹੋਏ। ਗੁਰੂ ਸਾਹਿਬ ਜੀ ਦੇ ਬਚਨ ਭਗਤਾਂ ਦੀ ਰਸਨਾ ਤੋਂ। ਕਹਿੰਦੇ ਉੱਥੇ ਤਾਂ ਜਾਈਏ ਜੇ ਇੱਥੇ ਨਾ ਹੋਵੇ ਤਾਂ। ਬਾਹਰ ਲੱਭਣ ਦੀ ਤਾਂ ਜ਼ਰੂਰਤ ਜੇ ਅੰਦਰ ਨਹੀਂ ਹੈ। ਨਵੇਂ ਪਾਤਸ਼ਾਹ ਕਹਿੰਦੇ ਉਹ ਤੇ ਤੇਰੇ ਕੋਲ ਹੈ। ਕਾਹੇ ਰੇ ਬਣ ਖੋਜਣ ਜਾਈ, ਤੂੰ ਕਾਹਦੇ ਲਈ ਚੱਲਿਆ ਬਣਾਂ 'ਚ ਖੋਜਣ ਉਹਨੂੰ, ਤੇਰੇ ਕੋਲ ਹੈ। ਬਸ ਇਹ ਇੱਕ ਬਹੁਤ ਨੁਕਤੇ ਦੀ ਗੱਲ ਹੈ ਭਈ ਅੱਛਾ ਮੇਰੇ ਅੰਦਰ ਵੀ ਪ੍ਰਮਾਤਮਾ। ਕਦੀ ਨਹੀਂ ਆਪਾਂ ਨੂੰ ਐਂ ਮਹਿਸੂਸ ਹੁੰਦਾ। ਆਪਾਂ ਸੋਚਦੇ ਬਾਹਰੋਂ ਕਿਤੋਂ ਦਿਸੇਗਾ। ਪ੍ਰਮਾਤਮਾ ਤਾਂ ਜਿਸ ਦਿਨ ਦਰਸ਼ਨ ਹੋਏ ਬਾਹਰੋਂ ਹੋਣਗੇ, ਬਾਹਰੋਂ ਵੀ ਹੋਣਗੇ, ਲੇਕਿਨ ਪਹਿਲਾਂ ਅੰਦਰੋਂ। ਜੇ ਤੈਨੂੰ ਅੰਦਰ ਅਨੁਭਵ ਹੁੰਦਾ ਨਾ ਵੀ ਮੇਰੇ ਅੰਦਰ, ਕਹਿੰਦੇ ਤੂੰ ਅੰਤਰਮੁਖੀ ਕਰ ਆਪਣੇ ਧਿਆਨ ਨੂੰ ਅੰਦਰ ਨੂੰ ਮੋੜ। ਜਿਹੜਾ ਧਿਆਨ ਸਾਡਾ ਬਾਹਰ ਹੈ ਨਾ, ਕਿਉਂਕਿ ਬਾਹਰੋਂ ਹਾਲ ਦੀ ਘੜੀ ਆਪਣੀਆਂ ਅੱਖਾਂ ਬਾਹਰੋਂ ਦੇਖ ਕੇ ਆਨੰਦ ਲੈਂਦੀਆਂ, ਕੰਨ ਕੁਝ ਬਾਹਰੋਂ ਸੁਣ ਕੇ ਆਨੰਦ ਲੈਂਦੇ, ਅੰਦਰੋਂ ਸਾਨੂੰ ਕੁਝ ਨਹੀਂ ਸੁਣਾਈ ਦਿੰਦਾ, ਦਿਸਦਾ ਵੀ ਕੁਝ ਨਹੀਂ ਅੰਦਰੋਂ ਹਾਲ ਦੀ ਘੜੀ। ਪਰ ਮਹਾਰਾਜ ਦੇ ਬਚਨ ਕਹਿੰਦੇ ਤੂੰ ਅੰਤਰਮੁਖ ਬਿਰਤੀ ਕਰੇਂਗਾ, ਫਿਰ ਤੈਨੂੰ ਅੰਦਰੋਂ ਕੁਝ ਦਿਸੇਗਾ। ਅੰਦਰੋਂ ਦਿਸਿਆ ਤੇ ਫਿਰ ਬਾਹਰੋਂ ਵੀ ਦਿਸੇਗਾ। ਘਟ ਭੀਤਰ ਦੇਖ ਮੁਰਾਰੀ, ਕਹਿੰਦੇ ਆਪਣੇ ਹਿਰਦੇ ਅੰਦਰ ਦੇਖ ਤੂੰ। ਅੰਦਰ ਤੈਨੂੰ ਅਨੁਭਵ ਹੁੰਦਾ ਵੀ ਪ੍ਰਮਾਤਮਾ ਹੈ, ਵੀ ਉਹਦੀ ਜੋਤ ਹੈ ਅੰਦਰ ਮੇਰੇ। ਜਨਮ ਮਰਨ ਕੋਇ ਜਗ ਬੱਪੜੋ, ਇਹਨੂੰ ਦੂਜੇ ਭਗਤ ਵਸਾਰੀ ਜੀਓ। ਕਹਿੰਦੇ ਜਨਮ ਮਰਨ ਦੇ ਗੇੜ 'ਚ ਪਿਆ ਹੋਇਆ ਜਗਤ ਤੇ ਵਿਚਾਰਾ। ਜਨਮ ਮਰਨ ਦੇ ਗੇੜ 'ਚ, ਜਨਮ ਮਰਨ ਕੋਇ ਜਗ ਬੱਪੜੋ। ਬੱਪੜ ਦਾ ਅਰਥ ਹੁੰਦਾ ਵਿਚਾਰਾ। ਕਹਿੰਦੇ ਵਿਚਾਰੇ ਜੀਵ ਤਾਂ ਜਨਮ ਮਰਨ ਦੇ ਗੇੜ 'ਚ ਹੈ। ਕਿਉਂ ਪੈ ਗਏ ਜੀ ਇਸ ਗੇੜ 'ਚ? ਇਹਨੇ ਦੂਜਾ ਭਗਤ ਵਸਾਰੀ ਜੀਓ। ਕਹਿੰਦੇ ਦੁਬਦਾ ਚਲਾ ਕੇ ਨਾ ਭਗਤੀ ਕਰਨੀ ਛੱਡ ਦਿੱਤੀ, ਭਗਤੀ ਵਸਾਰ ਦਿੱਤੀ, ਇਸ ਕਰਕੇ ਜਨਮ ਮਰਨ ਦੇ ਗੇੜ 'ਚ ਪੈ ਗਏ ਨੇ। ਹੁਣ ਜੂਨਾਂ ਦਾ ਗੇੜ ਚੱਲ ਪਿਆ, ਕਦੇ ਕੋਈ ਜੂਨ ਕਦੇ ਕੋਈ ਜੂਨ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ। ਸਿਰਫ ਭਗਤੀ ਛੱਡ ਦੇਣ ਕਰਕੇ। ਜੇ ਅੰਦਰੋਂ ਪ੍ਰਮਾਤਮਾ ਅਨੁਭਵ 'ਚ ਆਉਂਦਾ ਗੁਰਮੁਖੋ, ਤੇ ਭਗਤੀ ਕਰਨ ਕਰਕੇ ਆਉਣਾ ਹੈ, ਬਿਨਾਂ ਭਗਤੀ ਤੋਂ ਨਹੀਂ। ਗੁਰੂ ਸਾਹਿਬ ਜੀ ਦੇ ਬਚਨ ਕਹਿੰਦੇ ਲੋਕਾਂ ਨੇ ਭਗਤੀ ਵਸਾਰ ਦਿੱਤੀ ਹੈ, ਜਨਮ ਮਰਨ ਦੇ ਗੇੜ 'ਚ ਪੈ ਗਏ ਨੇ। ਹੁਣ ਪ੍ਰਮਾਤਮਾ ਕਿੱਥੋਂ ਅਨੁਭਵ 'ਚ ਆਵੇ? ਕਿਵੇਂ ਲੱਗੇ ਵੀ ਪ੍ਰਮਾਤਮਾ ਹੈਗਾ? ਸਤਿਗੁਰ ਮਿਲਿਆ ਤਾਂ ਗੁਰਮਤਿ ਪਾਈ ਹੈ। ਕਹਿੰਦੇ ਸਤਿਗੁਰੂ ਮਿਲ ਪੈਣ ਤਾਂ ਗੁਰੂ ਉਪਦੇਸ਼ ਦੁਆਰਾ ਇਸ ਗੱਲ ਦੀ ਪ੍ਰਾਪਤੀ ਹੁੰਦੀ। ਇਹ ਗੱਲ ਸਿਰਫ ਆਪਾਂ ਨੂੰ ਗੁਰੂ ਸਾਹਿਬ ਦੱਸ ਸਕਦੇ। ਆਹ ਜਿਹੜਾ ਗਿਆਨ ਆਪਾਂ ਨੂੰ ਗੁਰਬਾਣੀ 'ਚੋਂ ਮਿਲਦਾ ਪਿਆ, ਕਿਤੋਂ ਵੀ ਬਾਹਰੋਂ ਨਹੀਂ ਮਿਲ ਸਕਦਾ। ਬਹੁਤ ਸਾਰਾ ਗਿਆਨ ਬਾਹਰੋਂ ਮਿਲਦਾ, ਪਰ ਇਹ ਆਤਮ ਗਿਆਨ ਬਾਹਰੋਂ ਨਹੀਂ ਮਿਲਣਾ। ਇਹ ਬ੍ਰਹਮ ਗਿਆਨ ਹੈ। ਬਾਕੀ ਗਿਆਨ ਤਾਂ ਬਾਹਰੋਂ ਮਿਲ ਜਾਏਗਾ। ਪੈਸੇ ਖਰਚ ਕੇ ਆਪਾਂ ਡਾਕਟਰ ਬਣ ਸਕਦੇ ਹਾਂ, ਵਕੀਲ ਬਣ ਸਕਦੇ ਹਾਂ, ਕੋਈ ਸੌਫਟਵੇਅਰ ਇੰਜੀਨੀਅਰ ਬਣ ਜਾਂਦਾ, ਕੋਈ ਗਿਆਨ ਬਾਹਰੋਂ ਹਾਸਲ ਕਰ ਲੈਂਦਾ। ਹਰ ਤਰ੍ਹਾਂ ਦਾ ਸੰਸਾਰਕ ਗਿਆਨ ਸੰਸਾਰ 'ਚੋਂ ਮਿਲ ਜਾਂਦਾ, ਪਰ ਬ੍ਰਹਮ ਗਿਆਨ ਬਾਹਰੋਂ ਸੰਸਾਰ 'ਚੋਂ ਨਹੀਂ ਮਿਲਦਾ। ਇਸ ਲਈ ਕਹਿੰਦੇ ਨੇ ਗੁਰਮੁਖੋ, ਇਹ ਗਿਆਨ ਸਿਰਫ ਗੁਰੂ ਸਾਹਿਬ ਦੇ ਸਕਦੇ। ਕਿਉਂ? ਕਿਉਂਕਿ ਪਰਮਾਤਮਾ ਦਾ ਗਿਆਨ ਹੈ, ਦੁਨਿਆਵੀ ਨਹੀਂ ਹੈ, ਇਹ ਸੰਸਾਰਕ ਨਹੀਂ। ਸਤਿਗੁਰ ਮਿਲਿਆ ਤਾਂ ਗੁਰਮਤਿ ਪਾਈ ਹੈ। ਗੁਰੂ ਸਾਹਿਬ ਨਾਲ ਮਿਲਾਪ ਹੋਵੇਗਾ ਤੇ ਇਸ ਗੁਰਮਤਿ ਦੀ ਸੋਝੀ ਆਵੇਗੀ, ਇਸ ਉਪਦੇਸ਼ ਦੀ ਆਪਾਂ ਨੂੰ ਪਤਾ ਲੱਗੇਗਾ। ਇਸੇ ਲਈ ਸਿਆਣੇ ਵਿਦਵਾਨ ਕਹਿੰਦੇ ਗੁਰਮੁਖੋ, ਗੁਰਦੁਆਰੇ ਸਾਹਿਬ ਆਪਾਂ ਉਹ ਨਹੀਂ ਸਿੱਖਣ ਤੇ ਸੁਣਨ ਆਉਂਦੇ ਜਿਹੜਾ ਆਪਾਂ ਨੂੰ ਪਹਿਲਾਂ ਪਤਾ ਬਾਹਰੋਂ ਹੀ ਸੁਣ ਲੈਣਾ ਆਪਾਂ ਕਿਤੋਂ। ਇੱਥੇ ਉਸ ਵਾਸਤੇ ਆਈਦਾ ਜਿਹੜਾ ਬਾਹਰੋਂ ਕਿਤੋਂ ਗਿਆਨ ਨਹੀਂ ਮਿਲਣਾ। ਇਹ ਬਾਹਰੋਂ ਨਹੀਂ ਮਿਲਣਾ, ਇਹ ਬ੍ਰਹਮ ਗਿਆਨ, ਬ੍ਰਹਮ ਦਾ ਗਿਆਨ, ਅਕਾਲ ਪੁਰਖ ਦਾ, ਆਤਮਾ ਦਾ। ਸਤਿਗੁਰ ਮਿਲਿਆ ਤਾਂ ਗੁਰਮਤਿ ਪਾਈ ਹੈ, ਸਾਖਤ ਬਾਜੀ ਹਾਰੀ ਜੀ। ਉਹ ਕਹਿੰਦੇ ਸਾਖਤ ਪੁਰਸ਼ ਨੇ ਜੀਵਨ ਦੀ ਬਾਜੀ ਤਾਂ ਹੀ ਹਾਰ ਦਿੱਤੀ ਹੈ ਕਿਉਂਕਿ ਉਹਦਾ ਮਿਲਾਪ ਨਹੀਂ ਹੁੰਦਾ ਗੁਰੂ ਨਾਲ। ਇਸ ਵਾਸਤੇ ਉਹਨੂੰ ਉਦਾਤ ਪ੍ਰਾਪਤ ਨਹੀਂ ਹੁੰਦੀ, ਇਹ ਸੋਝੀ ਨਹੀਂ ਆਉਂਦੀ।
ਆਹ ਸੋਝੀ ਆਪਾਂ ਨੂੰ ਹੁਣ ਕੌਣ ਦੇਵੇ ਵੀ ਪ੍ਰਮਾਤਮਾ ਤੇਰੇ ਅੰਦਰ ਹੈ ਭਾਈ, ਤੂੰ ਅੰਦਰ ਝਾਤੀ ਮਾਰ ਆਪਣੇ। ਘਟ ਭੀਤਰ ਦੇਖ ਮੁਰਾਰੀ ਜੀਓ, ਤੇਰੇ ਅੰਦਰ ਹੈ ਕਹਿੰਦੇ ਇਹ। ਤੇ ਕਦੇ ਕਦੇ ਜਿੱਦਾਂ ਹੁੰਦਾ ਵੀ ਅਨੁਭਵ, ਕੋਈ ਵੀ ਕਾਰਜ ਕਰਨਾ ਹੋਵੇ ਤੇ ਕਈ ਵਾਰ ਅੰਦਰੋਂ ਆਵਾਜ਼ ਆਉਂਦੀ, ਆਪਾਂ ਨੂੰ ਬਾਹਰੋਂ ਸਲਾਹ ਨਹੀਂ ਲੈਣੀ ਪੈਂਦੀ। ਜਾਂ ਆਪਾਂ ਨੂੰ ਬਾਹਰੋਂ ਸਲਾਹ ਭਾਵੇਂ ਕੋਈ ਕੁਝ ਵੀ ਦੇਵੇ, ਪਰ ਕਈ ਵਾਰ ਅੰਦਰ ਦੀ ਆਵਾਜ਼ ਹੋਰ ਹੁੰਦੀ ਕੁਝ। ਬੰਦੇ ਦੇ ਅੰਦਰੋਂ ਇੱਕ ਵਿਚਾਰ ਫੁਰਦਾ ਵੀ ਨਹੀਂ ਇੱਦਾਂ ਨਾ ਕਰ, ਵੀ ਇਹ ਨਹੀਂ ਠੀਕ। ਉਹ ਜਿਹੜੀ ਅੰਦਰੋਂ ਆਵਾਜ਼ ਆਉਂਦੀ ਹੈ ਨਾ, ਬਸ ਉਹ ਉਹਦੇ ਵੱਲੋਂ ਹੀ ਆਉਂਦੀ। ਜਿਹੜਾ ਆਪਣੇ ਆਪ ਕਈ ਵਾਰ ਖਿਆਲ ਆਉਂਦਾ ਨਾ ਵੀ ਹਾਂ ਇੱਦਾਂ ਨਹੀਂ, ਚਲੋ ਇਉਂ ਕਰ ਲੈਂਦੇ ਆ, ਮਨ ਚੋਂ ਜਿਹੜੀ ਆਉਂਦੀ ਹੈ ਉਹ ਉਹਦੇ ਵੱਲੋਂ ਹੁੰਦੀ ਪ੍ਰੇਰਨਾ। ਸਤਿਗੁਰ ਮਿਲੇ ਤਾਂ ਗੁਰਮਤਿ ਪਾਈਏ, ਸਾਖਤ ਬਾਜੀ ਹਾਰੀ ਜੀਓ। ਸਤਿਗੁਰ ਬੰਧਨ ਤੋੜ ਨਿਰਾਰੇ, ਕਹਿੰਦੇ ਗੁਰੂ ਐਸੀ ਸ਼ਕਤੀ ਹੈ ਜਿਹੜਾ ਹੰਗਤਾ ਮਮਤਾ ਦੇ ਬੰਧਨ ਨੂੰ ਤੋੜ ਕੇ ਤੇ ਨਿਰਾਲਾ ਕਰ ਦਿੰਦਾ ਜੀਵ ਨੂੰ। ਹੰਗਤਾ ਮਮਤਾ ਦੇ ਬੰਧਨ ਹੁੰਦੇ ਸਾਧ ਸੰਗਤ ਜੀ, ਇਸ ਦੇਹ ਦੀ ਹੰਗਤਾ ਔਰ ਇਸ ਸਰੀਰ ਨਾਲ ਮਮਤਾ ਜਿਹੜੀ ਹੁੰਦੀ ਆਪਣੀ, ਇਸ ਸਰੀਰ ਨਾਲ ਬਹੁਤ ਮੋਹ ਹੁੰਦਾ ਹਰੇਕ ਦਾ। ਇਸੇ ਲਈ ਲੋਕਾਂ ਨੇ ਯਤਨ ਕੀਤੇ, ਭਗਤੀ ਕੀਤੀ ਵੀ ਇਹ ਸਰੀਰ ਮੇਰਾ ਜਾਵੇ ਨਾ, ਸਦਾ ਰਵੇ ਕਿਸੇ ਤਰ੍ਹਾਂ, ਸਰੀਰ ਨਾ ਮੈਨੂੰ ਛੱਡਣਾ ਪੈ ਜੇ। ਸਰੀਰ ਦੀ ਮਮਤਾ ਕਰਕੇ ਰਾਵਣ ਵਰਗਿਆਂ ਨੇ ਆਖਿਆ ਮੈਂ ਮਰਾਂ ਨਾ। ਹਰਨਾਕਸ਼ ਨੇ 8 ਵਾਰ ਲੈ ਲਏ, ਮੈਨੂੰ ਮੌਤ ਨਾ ਆ ਜਾ, ਸਰੀਰ ਨਾ ਕਿਤੇ ਛੱਡਣਾ ਪੈ ਜੇ ਮੈਨੂੰ। ਪਰ ਛੱਡਣਾ ਪਿਆ, ਕਿਉਂ? ਕਿਉਂਕਿ ਅਕਾਲ ਪੁਰਖ ਦਾ ਨਿਯਮ ਹੈ ਵੀ ਸਰੀਰ ਕਦੇ ਰਹਿਣਾ ਹੀ ਨਹੀਂ ਹੁੰਦਾ। ਪਰ ਇਸ ਸਰੀਰ ਦੀ ਮਮਤਾ ਕਰਕੇ ਮੁੜ ਕੇ ਸਰੀਰ ਮਿਲ ਜਾਂਦਾ। ਉਹ ਛੱਡ ਦਿੱਤਾ, ਫਿਰ ਮੁੜ ਕੇ ਮਿਲ ਜਾਂਦਾ। ਉਹ ਚਲੇ ਗਿਆ, ਫਿਰ ਮੁੜ ਕੇ ਮਿਲ ਜਾਂਦਾ। ਕਹਿੰਦੇ ਇਹ ਜਨਮ ਮਰਨ ਦੇ ਗੇੜ 'ਚ ਪੈ ਗਿਆ ਵਿਚਾਰਾ ਜੀਵ, ਸਿਰਫ ਇਸ ਦੇਹ ਦੀ ਮਮਤਾ ਕਰਕੇ। ਕਹਿੰਦੇ ਗੁਰੂ ਤੋਂ ਬਿਨਾਂ ਇਸ ਦੇਹ ਦੀ ਹੰਗਤਾ ਤੇ ਮਮਤਾ ਦੇ ਬੰਧਨ ਤੋਂ ਕੋਈ ਵੱਖਰਾ ਕਰ ਹੀ ਨਹੀਂ ਸਕਦਾ, ਕੋਈ ਨਹੀਂ ਕਰ ਸਕਦਾ। ਸਤਿਗੁਰ ਬੰਧਨ ਤੋੜ ਨਿਰਾਰੇ, ਨਿਰਾਰੇ ਦਾ ਅਰਥ ਨਿਰਾਲੇ। ਕਹਿੰਦੇ ਗੁਰੂ ਦੀ ਸ਼ਰਨ ਵਿੱਚ ਆਉਣ ਕਰਕੇ ਮਹਾਰਾਜ ਇਹ ਦੇਹ ਦੀ ਹੰਗਤਾ ਤੇ ਮਮਤਾ ਦੇ ਬੰਧਨ ਤੋੜ ਕੇ ਤੇ ਨਿਰਾਲਾ ਕਰ ਦਿੰਦੇ, ਵੱਖਰਾ ਕਰ ਦਿੰਦੇ। ਫਿਰ ਦੇਹ ਦੀ ਮਮਤਾ ਨਹੀਂ ਹੁੰਦੀ। ਇਹ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਇਹਦੇ ਤੋਂ ਸਾਧ ਸੰਗਤ ਜੀ ਬੰਦਾ ਉੱਪਰ ਉੱਠ ਸਕਦਾ। ਹਾਲਾਂਕਿ ਕਿਸੇ ਦਾ ਵੀ ਸਰੀਰ ਨਹੀਂ ਰਹਿਣਾ ਹੁੰਦਾ, ਪਰ ਫਿਰ ਵੀ ਸਰੀਰ ਛੱਡਣ ਲਈ ਤਿਆਰ ਕੋਈ ਨਹੀਂ ਹੁੰਦਾ। ਸਿਰਫ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੁੰਦੇ ਉਹ ਤਿਆਰ ਹੁੰਦੇ। ਬਹੁਤ ਘੱਟ ਹੁੰਦੇ ਜਿਨ੍ਹਾਂ ਦਾ ਇਹ ਹੰਗਤਾ ਮਮਤਾ ਦਾ ਬੰਧਨ ਟੁੱਟ ਜਾਂਦਾ, ਉਹ ਤਿਆਰ ਹੀ ਰਹਿੰਦੇ। ਉਹ ਕਹਿੰਦੇ ਕੋਈ ਨਹੀਂ, ਇਹ ਤਾਂ ਜਾਣਾ ਹੀ ਹੈ, ਜਦੋਂ ਉਹਦੀ ਮਰਜ਼ੀ ਜਾਵੇ, ਮੈਂ ਰੋਕ ਤਾਂ ਸਕਦਾ ਨਹੀਂ, ਤਾਂ ਆਪਾਂ ਤਿਆਰ ਹੀ ਬੈਠੇ ਹਾਂ। ਨਹੀਂ ਤੇ ਯਤਨ ਕਰਦਾ ਬੰਦਾ, ਜਿੱਥੋਂ ਤੱਕ ਪੂਰੀ ਜ਼ਿੰਦਗੀ ਦੀ ਕਮਾਈ 4 ਦਿਨ ਵਾਸਤੇ, ਅਗਰ ਡਾਕਟਰ ਕਹਿ ਦੇ ਨਾ ਅਖੀਰਲੇ ਦਿਨਾਂ 'ਚ ਭਈ 4 ਦਿਨ ਤੂੰ ਜਿਉਂਦਾ ਰਹਿ ਸਕਦਾ, ਇੰਨਾ ਖਰਚਾ ਪਰ ਲੱਗੇਗਾ, ਮੈਂ 4 ਕੁ ਦਿਨ ਲਈ ਤੈਨੂੰ ਬਚਾ ਸਕਦਾ, ਤੇ ਬੰਦਾ ਦੇ ਦਿੰਦਾ। ਕਹਿੰਦਾ ਚੱਲ ਕੋਈ ਨਹੀਂ 4 ਦਿਨ ਹੀ ਸਹੀ, ਕੋਈ ਨਹੀਂ ਤੂੰ ਮੈਨੂੰ ਹੋਰ 4 ਦਿਨ। ਸਾਰੀ ਜ਼ਿੰਦਗੀ ਦੀ ਕਮਾਈ ਖਰਚਣ ਲਈ ਤਿਆਰ। ਤਾਂ ਹੁਣ ਇਹ ਨਹੀਂ ਪਤਾ ਵੀ 5ਵੇਂ ਦਿਨ ਵੀ ਤੇ ਜਾਣਾ ਹੀ ਆ ਨਾ। ਫਿਰ ਡਾਕਟਰ ਕੀ ਕਰ ਸਕਦਾ ਇਸ ਗੱਲ ਨੂੰ? ਉਹ ਕਹਿੰਦੇ ਕੋਈ ਬਜ਼ੁਰਗ ਸਾਹਿਬ ਸੰਗਤ ਜੀ ਢਿੱਲਾ ਸੀ ਕਿਸੇ ਦਾ, ਤੇ ਉਹ ਕਿਸੇ ਮਹਾਤਮਾ ਕੋਲੇ ਗਏ, ਬਾਬਾ ਜੀ ਕੋਲੇ। ਕਹਿੰਦੇ ਬਾਬਾ ਜੀ ਬਜ਼ੁਰਗ ਨਹੀਂ ਠੀਕ। ਉਹ ਆਏ, ਉਹਨਾਂ ਨੇ ਆਣ ਕੇ ਚਲੋ ਉਹਦੇ ਲਈ ਕੋਈ ਅਰਦਾਸ ਬੇਨਤੀ ਕੀਤੀ, ਉਹਦੇ ਸਿਰ ਤੇ ਹੱਥ ਰੱਖਿਆ, ਉਹ ਠੀਕ ਹੋ ਗਿਆ। ਉਹ 5-7 ਮਹੀਨਿਆਂ ਬਾਅਦ ਫਿਰ ਢਿੱਲਾ ਹੋ ਗਿਆ। ਉਹ ਫਿਰ ਆਏ, ਕਹਿੰਦੇ ਜੀ ਬਜ਼ੁਰਗ ਤਾਂ ਫਿਰ ਢਿੱਲੇ ਹੋ ਗਏ ਬਾਬਾ ਜੀ, ਉਹਨਾਂ ਦੇ ਸਿਰ ਤੇ ਰੱਖੋ ਹੱਥ। ਉਹ ਫਿਰ ਗਏ, ਉਹਨਾਂ ਨੇ ਚਲੋ ਫਿਰ ਕੋਈ ਉਹਦੇ ਲਈ ਅਰਦਾਸ ਬੇਨਤੀ ਕੀਤੀ, ਫਿਰ ਠੀਕ ਹੋ ਗਏ। 2-4 ਮਹੀਨਿਆਂ ਬਾਅਦ ਫਿਰ ਢਿੱਲੇ ਹੋ ਗਏ। ਉਹ ਫਿਰ ਆਏ, ਕਹਿੰਦੇ ਜੀ ਉਹ ਤਾਂ ਫਿਰ ਢਿੱਲੇ ਹੋ ਗਏ, ਆਓ ਇੱਕ ਵਾਰੀ ਰੱਖੋ ਉਹਨਾਂ ਦੇ ਸਿਰ ਤੇ ਹੱਥ। ਉਹ ਫਿਰ ਗਏ, ਚਲੋ ਉਹ ਫਿਰ ਠੀਕ ਹੋ ਗਏ। ਉਹ 1.5 ਮਹੀਨੇ ਬਾਅਦ ਫਿਰ ਢਿੱਲੇ ਹੋ ਗਏ। ਫਿਰ ਆਏ, ਕਹਿੰਦੇ ਬਾਬਾ ਜੀ ਉਹ ਤਾਂ ਫਿਰ ਢਿੱਲੇ ਹੋ ਗਏ। ਉਹ ਕਹਿੰਦੇ ਵੀ ਹੁਣ ਨਹੀਂ ਮੈਂ ਕੁਝ ਕਰ ਸਕਦਾ, ਹੁਣ ਤਾਂ ਮੈਂ ਆਪਣੇ ਸਿਰ ਤੇ ਵੀ ਆਪਣਾ ਹੱਥ ਰੱਖਣਾ, ਤਾਂ ਮੈਂ ਵੀ ਨਹੀਂ ਦੁਨੀਆ ਤੇ ਸਦਾ ਰਹਿਣਾ। ਤੁਸੀਂ ਕਹਿੰਦੇ ਜੋ ਉਹਦੇ ਸਿਰ ਤੇ ਆਣ ਕੇ ਹੱਥ ਰੱਖੋ, ਉਹਦੀ ਤੇ ਗੱਲ ਛੱਡੋ, ਮੈਂ ਹੱਥ ਆਪਣੇ ਸਿਰ ਤੇ ਵੀ ਰੱਖਣਾ, ਤਾਂ ਵੀ ਮੈਂ ਕਿਹੜਾ ਇੱਥੇ ਬੈਠੇ ਰਹਿਣਾ। ਜਿਹੜਾ ਮੁੜ ਮੁੜ ਕੇ ਉਹ ਢਿੱਲਾ ਹੋਈ ਜਾਂਦਾ, ਉਹਦੀ ਵਾਰੀ ਆ ਗਈ ਹੈ, ਹੁਣ ਉਹਨੇ ਜਾਣਾ ਹੀ ਜਾਣਾ, ਹੁਣ ਮੈਂ ਕੁਝ ਨਹੀਂ ਕਰ ਸਕਦਾ। ਤੇ ਤੁਸੀਂ ਵੀ ਇਸ ਗੱਲ ਨੂੰ ਮੰਨਣ ਲਈ ਤਿਆਰ ਹੋ ਜਾਓ ਵੀ ਹੁਣ ਉਹਨੇ ਜਾਣਾ, ਹੁਣ ਨਹੀਂ ਉਹਨੂੰ ਕੋਈ ਰੋਕ ਸਕਦਾ। ਸਿਰਫ ਗੁਰਮੁਖ ਹੁੰਦੇ ਜਿਹੜੇ ਤਿਆਰ ਰਹਿੰਦੇ ਆ ਵੀ ਕੋਈ ਗੱਲ ਨਹੀਂ ਪਈ। ਜਦੋਂ ਰੋਕ ਹੀ ਨਹੀਂ ਸਕਦੇ ਤਾਂ ਜਦੋਂ ਸੱਦਾ ਆਇਆ ਤਾਂ ਫਿਰ ਚਲੇ ਹੀ ਜਾਣਾ। ਖੁਸ਼ੀ ਨਾਲ ਜਾਣ ਵਾਸਤੇ ਕੋਈ ਬਿਰਲਾ ਤਿਆਰ ਹੁੰਦਾ। ਜਾਣਾ ਤਾਂ ਸਾਰਿਆਂ ਹੁੰਦਾ, ਲੇਕਿਨ ਤਿਆਰ ਨਹੀਂ ਹੁੰਦੇ ਲੋਕ।
इसलिए क्योंकि ये ममता होंगी शरीर नाल। बस कहते उस बंधन को सिर्फ गुरु साहब तोड़ सकते हैं, गुरु साहब ने कृपा की होंगी। ये भाई मनी सिंह नूं आख्या सी भी तू बंद बंद कटाउण लई इन्ना काला कातों पिया, तू सिर्फ इन्ना कहना मैं सिख नहीं, तेरी जिंदगी बच जानी, तू कह दे मैं मुसलमान हो जाना। तो भाई मनी सिंह ने आख्या ठीक है चलो मैं हो जाना, जे मैं जान बचाने लिए कह देवां भी मैं तुहाडे धर्म च आ जाना, पर गारंटी करो भी तुहाडे धर्म च मौत नहीं आउंदी। जे मैं अपना धर्म छड्ड देवां तुहाडे आ जावां, फिर इस गल की गारंटी है भी तुहाडे नहीं मरदे लोग, फिर नहीं मौत आउणी। कहंदे नहीं नहीं आउणी नहीं भाई, पर ठहर के आवेगी, हुणे तैनूं उदां कट के मारांगे बंद बंद तेरा, पर जे तूं इदां कह देवें तो कई साल रह सकदा। तो उन्होंने आख्या भी मौत तो फिर भी आ ही जानी ना, तो जे 10 साल बाद आ गई 10 साल पहला की, मैं अपना धर्म नहीं छड्डना। जां तां गारंटी करो भी तुहाडे वल आउण करके आउणी ही नहीं, मौत आउणी नहीं, तो जे आ ही जानी है फिर मैनूं अपने धर्म च ठीक है मैं तैयार हाँ, फिर नहीं मैं छड्डदा। कोई हुंदा जिसदा ऐसा बंधन टुटा होया होवे। सतगुर बंधन तोड़ नरारे बहुड़ न गर्भ मझारी जी, कहते जिन्हां दा ये हंगता ममता का बंधन परमात्मा ने सतगुरां ने तोड़ दिता, उन्होंने मुड़ के गर्भ जोन च नहीं आना पैंदा, फिर ओदियां जूनां खत्म ने। बौड़ ना गर्भ मझारी जी, कहते फिर जूनां च नहीं आना पवेगा। फिर जिहड़ा ये चल पैंदा ना गेड़ लम्मा, कदे पशु कदे पंछी, केते रुख बिरखम चीने, केते पशु उपाए, केते नाग कुली में आए, केते पंख उड़ाए। मारे कहते किन्नी वारी मैं खंभा ना उड्डण वाला बन गया, कई बारी मैं रिंग के चलण वालियां जूनां जिवें नाग हुंदे, गंडोए, कोड़ किरलियां आदि, ढिड भरने चलदे जिहड़े पेट ना, केते नाग कुली में आए, केते पंख उड़ाए, किन्नी वारी पता नहीं खंभा ना उड्डण वाले बन चुके। ये गेड़ फिर खत्म हो जाता जदों वो बंधन टुट जाए। बहुड़ ना गर्भ मझारी जी, कहते फिर वार वार गर्भ जून च नहीं आना पवेगा। नानक ज्ञान रतन प्रगासिया, कहते जिन्होंने महाराज जी ने यह ज्ञान का रतन बख्श दिता उन्होंने सोझी आती। नहीं तो देख लो भावें 1000 बार आपां ये प्रमाण मिलणगे भी जन्म मरण का बंधन किसी तरह कट्टिया जाना चाहिए, पर फिर भी आपां तैयार नहीं होंदे अंदरों ये अरदास करने वास्ते कि महाराज मेरा जन्म मरण का बंधन कट्टो। क्यों? क्योंकि आपां नूं ऐ लगदा भी फिर की है, दुनिया ते आए जन्म होया ते आए संसार ते तां अगां भी आ जाएंगे, ये च की खतरा, ये घाटा की है मुड़ के संसार ते आउण च। ये तो सगों आनंद ही है, हुण आए हैं संसार देखते पे हैं, मुड़ के फिर आ जाएंगे, सगों आपां तां कहांगे भी महाराज फिर भेजो। पर असल च आपां नूं असली कुंडी का पता नहीं, आवांगे तो फिर जरूर, पर इस गल की गारंटी कौन चुके भी आ मनुखा शरीर मिलेगा, जे पशु का मिलिया फिर 4 पाव 2 सिंग गुंग मुख तब कैसे गुण गई है। कबीर साहब ने आख्या, कहते जो तेरे चार पैर होए, मूँह गूंगा होया पशु बोल नहीं सकते, 2 सिंग होए, 1 पूछ होई, फिर की करेंगा। ये थोड़ा गारंटी भी मनुखा शरीर ही मिलेगा, फिर तो पता नहीं किहड़े पासे केते पंखों उपाय कहते, केते पशु उपाय, किन्नी बारी पशु बनना पै, पता नहीं जे पशु बनना पै जाए। ये गुरु साहब का ही वचन है, एक कबीर साहब का वचन है, कहते 4 पाव 2 सिंग गुंग मुख तब कैसे गुण गई है, उठत बैठ के ठेगा पर है कब तक मूंड लकई है। कहते फिर तू बवेगा वो तेरे को काम लैणगे, तू उठेगा ना तेन मार पवेगी, कदों तक मूँह लकावेगा। फिर क्योंकि 4 पैरों वाला पशु है ना, मान लो बलद बन गया तो जिन्होंने सांभया होंदा उन्होंने तो फिर हले भी जोड़ना ही है ना, वो तो कहेंगे भी हुण हले जोड़, नहीं जुड़ेगा कबीर साहब कहते मार पवेगी, फिर की करेंगे भाई। इसलिए ये गारंटी ना होने करके वार वार ये प्रमाण होता भी यतन करो ये बौड़ न गर्भ मझारी जी मुड़ मुड़ के जन्म ना लेना पवे। हाँ जी, इस गल की गारंटी हो भी जन्म हर वारी मनुखा ही मिलना, शरीर मानस का ही मिलेगा, पशु पंछियों का नहीं, फिर तो कोई खतरा नहीं, पर गारंटी नहीं हैगी।
ਇਸ ਲਈ ਮਹਾਰਾਜ ਦਾ ਸਤਿਗੁਰ ਬੰਧਨ ਤੋੜ ਨਰਾੜੇ ਬਹੁੜਨ ਗਰਭ ਮਝਾਰੀ ਜੀ। ਉਹ ਕਹਿੰਦੇ ਗੁਰੂ ਸਾਹਿਬ ਜਦੋਂ ਇਹ ਹੰਤਾ ਮਮਤਾ ਦਾ ਬੰਧਨ ਤੋੜ ਕੇ ਵੱਖਰਾ ਕਰ ਦਿੰਦੇ ਨੇ ਨਰਾਲਾ, ਫਿਰ ਮੁੜ ਕੇ ਗਰਭ ਜੋਨ 'ਚ ਨਹੀਂ ਆਉਣਾ ਪੈਂਦਾ। ਫੇਰ ਗਰੰਟੀ ਹੁੰਦੀ ਵੀ ਹੁਣ ਪਸ਼ੂ ਪੰਛੀ ਦਾ ਸਰੀਰ ਨਹੀਂ ਮਿਲ ਸਕਦਾ। ਆਪਾਂ ਤਾਂ ਮੰਨਣ ਲਈ ਵੀ ਨਹੀਂ ਤਿਆਰ, ਮੰਨਣ ਲਈ ਕਿਹੜੇ ਤਿਆਰ ਆਪਾਂ ਵੀ ਹਾਂ ਬਈ ਅੱਗੇਲੇ ਬਨੇ ਇੱਦਾਂ ਜੂਨ ਵੀ ਮਿਲ ਜਾਂਦੀ। ਹਾਲਾਂਕਿ ਆਪਣੀ ਤਵਾਰੀਖ ਪੜ੍ਹੀਏ ਤੇ ਆਪਾਂ ਨੂੰ ਪਤਾ ਵੀ ਜਿਹੜਾ ਮੂਲੇ ਖੱਤਰੀ ਦਾ ਉਧਾਰ ਕੀਤਾ ਉਹ ਜਦੋਂ ਸਿਆਲਕੋਟ ਮਹਾਰਾਜ ਨੂੰ ਮਿਲਿਆ ਉਦੋਂ ਮਨੁੱਖ ਸੀ, ਮੂਲਾ ਸੀ ਉਹਦਾ ਨਾਂ, ਦੁਕਾਨਦਾਰ ਸੀ। ਪਰ ਜਦੋਂ ਕਲਗੀਧਰ ਪਾਤਸ਼ਾਹ ਨੇ ਉਹਨੂੰ ਜੂਨਾਂ 'ਚ ਫਸੇ ਨੂੰ ਕੱਢਿਆ ਉਦੋਂ ਖਰਗੋਸ਼ ਬਣਿਆ ਸੀ, ਸਹਿ ਦੀ ਜੂਨ 'ਚ ਸੀ। ਹਜ਼ੂਰ ਸਾਹਿਬ ਸ਼ਿਕਾਰ ਘਾਟ ਵਾਲੇ ਥਾਂ ਤੇ ਕੱਢਿਆ ਮਹਾਰਾਜ ਨੇ। ਆਪਾਂ ਵਜੀਦਪੁਰ ਜਾਂਦੇ ਹਾਂ ਲੁਧਿਆਣੇ ਤੋਂ ਫਿਰੋਜ਼ਪੁਰ ਨੂੰ, ਤਾਂ ਮੇਨ ਰੋਡ ਦੇ ਉੱਪਰ ਗੁਰਦੁਆਰਾ ਸਾਹਿਬ ਬਣਿਆ ਜਿੱਥੇ 10ਵੇਂ ਪਾਤਸ਼ਾਹ ਜੀ ਨੇ ਉਹਦੀ ਕਲਿਆਣ ਕੀਤੀ, ਪੰਛੀ ਬਣਿਆ। ਮਹਾਰਾਜ ਨੇ ਆਖਿਆ ਚਲੋ ਇਹਦਾ ਵੀ ਭਲਾ ਕਰਨੇ, ਇਹ ਵੀ ਕਦੀ ਸਾਡਾ ਸਿੱਖ ਸੀ। ਇੰਨੇ ਤੇ ਪ੍ਰਮਾਣ ਹੈ ਤਵਾਰੀਖ 'ਚ ਆਪਣੇ ਕੋਲੇ। ਫਿਰ ਵੀ ਜਦੋਂ ਆਪਾਂ ਮਨ ਦਾ ਇੱਕ ਭਰਮ ਹੁੰਦਾ ਆਪਾਂ ਕਹਿੰਦੇ ਨਹੀਂ 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 ਐਵੇਂ ਗੱਲਾਂ ਹੀ ਬਣੀਆਂ ਜੀ। ਕਿਹੜਾ ਕਿਸੇ ਨੇ ਦੇਖਿਆ ਵੀ ਹਾਂ ਭਾਈ ਇਹ ਜੀਵ ਨੇ। ਮੇਰੇ ਨਾਲ ਇੱਕ ਵਾਰੀ ਇੱਥੇ ਵਿਚਾਰ ਵੀ ਕਿਸੇ ਗੁਰਮੁਖ ਨੇ ਕੀਤੀ ਨਿਊਯਾਰਕ, ਉਹ ਸ਼ਬਦ ਚੱਲਦਾ ਪਿਆ ਸੀ ਅੰਤਕਾਲ ਜੋ ਲక్ష్ਮੀ ਸਿਮਰੇ ਐਸੀ ਚਿੰਤਾ ਮਹਿਜੇ ਮਰੇ ਸਰਪ ਜੋਨ ਵਾਲ ਵਾਲੇ ਅਵਤਾਰੇ। ਸਿੱਧੇ ਇਹਦੇ ਅਰਥ ਨੇ ਵੀ ਅੰਤਕਾਲ ਜਾਨ ਨਿਕਲਣ ਲੱਗਿਆ ਜਿਹਦਾ ਧਿਆਨ ਮਾਇਆ 'ਚ ਰਹਿ ਗਿਆ ਉਹਨੂੰ ਸੱਪ ਦੀ ਜੂਨ ਮਿਲੇਗੀ। ਇਹ ਬਚਨ ਹੈ ਗੁਰੂ ਸਾਹਿਬ ਜੀ ਦਾ। ਪਰ ਉਹ ਕਹਿੰਦੇ ਨਹੀਂ ਜੀ ਮੈਂ ਮੰਨਦਾ ਨਹੀਂ ਇਸ ਗੱਲ ਨੂੰ। ਪ੍ਰਿੰਸੀਪਲ ਸੀ, ਰਿਟਾਇਰ ਪ੍ਰਿੰਸੀਪਲ ਹਾਈ ਸਕੂਲ ਦੇ। ਉਹ ਕਹਿੰਦੇ ਜੀ ਆਪਾਂ ਗਿਆਨੀ ਜੀ ਵਿਚਾਰ ਕਰੀਏ, ਚਲੋ ਨਾਲੇ ਪ੍ਰਸ਼ਾਦਾ ਛਕਦੇ। ਉਹਨਾਂ ਦੀ ਬੇਟੀ ਦਾ ਘਰ ਸੀ ਨਾਲ ਹੀ ਗੁਰਦੁਆਰਾ ਸਾਹਿਬ ਦੇ। ਕਹਿੰਦੇ ਆਓ ਨਾਲੇ ਉੱਥੇ ਗੱਫਾ ਪਾਣੀ ਛਕਦੇ ਆ ਨਾਲੇ ਵਿਚਾਰ ਕਰੀਏ। ਮੈਂ ਕਿਹਾ ਜੀ ਚਲੋ। ਉਹ ਕਹਿੰਦੇ ਮੈਂ ਨਹੀਂ ਇਸ ਗੱਲ ਨੂੰ ਮੰਨਦਾ ਜੋ ਅੱਜ ਸ਼ਬਦ ਦੀ ਵਿਆਖਿਆ ਹੋਈ। ਮੈਂ ਕਿਹਾ ਜੀ ਕੀ ਤੁਸੀਂ ਜੂਨਾਂ ਨੂੰ ਨਹੀਂ ਮੰਨਦੇ? ਕਹਿੰਦੇ ਨਹੀਂ ਮੰਨਦਾ, ਪਰ ਅੰਤਕਾਲ ਜੋ ਆਖਿਆ ਮਹਾਰਾਜ ਨੇ ਮੈਂ ਜੂਨਾਂ ਨੂੰ ਤਾਂ ਮੰਨਦਾ, ਪਰ ਮੈਂ ਇਹ ਸੋਚਦਾ ਵੀ ਆਹ ਮਨੁੱਖਾ ਜੂਨ ਜਿਹੜੀ ਹੈ ਲਾਸਟ ਹੈ, ਆਖਰੀ, ਇਹਦੇ ਤੋਂ ਬਾਅਦ ਨਹੀਂ ਕੁਝ ਵੀ ਹੈਗਾ। ਆਪਾਂ ਭੋਗ ਆਏ ਪਹਿਲਾਂ ਸਾਰੀਆਂ। ਉਹ ਕਹਿੰਦੇ ਮੈਂ ਮੰਨਦਾ ਹੈਗਾ, ਪਰ ਮੈਂ ਇਹ ਮੰਨਦਾ ਵੀ ਆਪਾਂ ਕੱਟ ਆਏ ਉਹ ਸਾਰਾ ਕੁਝ, ਇਹ ਅੰਤਕਾਲ ਹੈ, ਇਹ ਆਖਰੀ ਹੈ, ਇਹਦੇ ਤੋਂ ਬਾਅਦ ਨਹੀਂ ਕੁਝ ਵੀ ਹੋਣਾ। ਚਲੋ 3 ਦਿਨ ਲੱਗੇ ਫਿਰ ਉਹ ਵਿਚਾਰ ਕਰਦਿਆਂ ਕਰਦੇ। 3 ਦਿਨਾਂ ਬਾਅਦ ਜਾ ਕੇ ਫਿਰ ਉਹ ਕਹਿੰਦੇ ਹਾਂ ਅੱਜ ਮੇਰੀ ਸਮਝ 'ਚ ਗੱਲ ਆਈ ਵੀ ਨਹੀਂ ਨਹੀਂ ਇਹ ਤਾਂ ਬੜੀ ਲੰਬੀ ਲੜੀ ਹੈ, ਪਿੱਛੋਂ ਚੱਲੀ ਤੇ ਅੱਗੇ ਚੱਲਣੀ ਹੈ ਜੀ। ਹੁਣ ਕਹਿੰਦੇ ਸਮਝ ਆਈ, ਪਰ ਕਹਿੰਦੇ ਮੈਂ ਤਾਂ ਮੰਨੀ ਬੈਠਾ ਸਾਂ ਵੀ ਇਹ ਅੰਤਕਾਲ ਹੈ, ਵੀ ਇਹ ਅੰਤਲੀ ਜੂਨ ਹੈ ਆਪਣੀ, ਵੀ ਇਹਦੇ ਤੋਂ ਅੱਗੇ ਬਸ ਕੁਛ ਨਹੀਂ ਹੈਗਾ। ਤੇ ਮੈਂ ਬੇਨਤੀ ਕੀਤੀ ਫਿਰ ਖਤਰਾ ਕਾਹਦਾ? ਜੇ ਆਪਾਂ ਨੂੰ ਇੰਨਾ ਪਤਾ ਵੀ ਇਹ ਤੋਂ ਬਾਅਦ ਖੇਡ ਖਤਮ ਹੈ ਤੇ ਫਿਰ ਪਾਪ ਪੁੰਨ ਕਿੱਥੇ ਰਹਿ ਗਿਆ? ਫਿਰ ਚੰਗਿਆਈ ਬੁਰਾਈ ਤੇ ਖਤਮ ਹੈ। ਫਿਰ ਕੀ ਲੋੜ ਹੈ ਨਿਤਨੇਮ ਦੀ, ਦਰਸ਼ਨ ਕਰਨ ਦੀ? ਫਿਰ ਕੀ ਜ਼ਰੂਰਤ ਸੀ ਮਹਾਰਾਜ ਨੂੰ ਹਰ ਸ਼ਬਦ ਵਿੱਚ ਨਾਮ ਦੀ ਚਰਚਾ ਕਰਨ ਦੀ? ਫਿਰ ਕਿਉਂ ਗੁਰੂ ਸਾਹਿਬ ਜੀ ਅਵਤਾਰ ਲੈ ਕੇ ਆਏ? ਫਿਰ ਕਿਉਂ ਮਹਾਰਾਜ ਨੇ ਆਖਿਆ ਭਈ ਪਰਮਾਣੂ ਪਰਜੰਤੇ ਆਕਾਸ਼ਾ ਜੀ ਦੀਪ ਲੋ ਸੇ ਖੰਡਣਿਆ ਗਾ ਛੇਣ ਨਿਆਣ ਭਾਰੇਣ ਨਾਨਕ ਬਿਨਾ ਸਾਧੂ ਨਾ ਸਿੱਧਿਆ। ਤੇ ਕੀ ਲੋੜ ਸੀ ਮਹਾਰਾਜ ਨੂੰ ਫਿਰ ਇਹ ਕਰਨ ਦੀ? ਫਿਰ ਤਾਂ ਪੱਕਾ ਹੀ ਪਤਾ ਸੀ ਵੀ ਇਹਦੋਂ ਬਾਅਦ ਕੰਮ ਕੋਈ ਨਹੀਂ, ਜਿਵੇਂ ਮਰਜ਼ੀ ਕਰੋ, ਜੋ ਮਰਜ਼ੀ ਖਾਓ ਪੀਓ, ਜਦੋਂ ਮਰਜ਼ੀ ਉੱਠੋ, ਜਦੋਂ ਮਰਜ਼ੀ ਸੌਂ, ਆਪਣੀ ਮਰਜ਼ੀ ਦੇ ਜੋ ਮਰਜ਼ੀ ਕਰੋ, ਕਿਉਂਕਿ ਇਹਦੋਂ ਬਾਅਦ ਤੇ ਕੋਈ ਖਤਰਾ ਹੀ ਨਹੀਂ। ਪਰ ਗੁਰੂ ਸਾਹਿਬ ਨੇ ਕਿਰਪਾ ਕੀਤੀ। ਫਿਰ ਉਹ ਕਹਿੰਦੇ ਵੀ ਨਹੀਂ ਹਾਂ ਹੁਣ ਮੇਰੀ ਸਮਝ 'ਚ ਗੱਲ ਆ ਗਈ ਹੈ। ਉਹ ਵੀ ਲੰਮੀ ਵਿਚਾਰ, 3 ਦਿਨ ਮੈਂ ਰੋਜ਼ ਸਮਾਪਤੀ ਤੋਂ ਬਾਅਦ ਉਹਨਾਂ ਦੇ ਉੱਥੇ ਜਾਣਾ, ਪ੍ਰਸ਼ਾਦਾ ਪਾਣੀ ਛਕਣਾ, ਨਾਲੇ ਵਿਚਾਰਾਂ ਕਰਨੀਆਂ, 2-3 ਘੰਟੇ ਲੱਗਣੇ। ਫਿਰ ਕਿਤੇ ਜਾ ਕੇ ਚਲੋ ਮਹਾਰਾਜ ਨੇ ਕਿਰਪਾ ਕੀਤੀ, ਕੁਝ ਪ੍ਰਮਾਣ ਐਸੇ ਲੱਭੇ ਜਿਸ ਕਰਕੇ ਉਹ ਮੰਨ ਗਏ। ਨਹੀਂ ਤੇ ਬਹੁਤੀ ਵਾਰ ਬੰਦਾ ਕਹਿੰਦਾ ਐਵੇਂ ਗੱਲਾਂ ਬਣੀਆਂ, ਇਹ ਅੱਗੇ ਕਿਸੇ ਨੇ ਨਹੀਂ ਦੇਖਿਆ ਵੀ ਕੋਈ ਮਰ ਕੇ ਪਸ਼ੂ ਬਣਦਾ, ਪੰਛੀ ਬਣਦਾ, ਬਣਦਾ ਵੀ ਹੈ ਕਿ ਨਹੀਂ ਬਣਦਾ, ਕਿੱਧਰ ਨੂੰ ਜਾਂਦਾ। ਪਰ ਗੁਰੂ ਸਾਹਿਬ ਜੀ ਨੇ ਤਾਂ ਹਜ਼ਾਰਾਂ ਪ੍ਰਮਾਣ ਦਿੱਤੇ। ਇਸੇ ਲਈ ਤਾਂ ਮਹਾਰਾਜ ਨੇ ਆਖਿਆ ਸਤਿਗੁਰ ਬੰਧਨ ਤੋੜ ਨਰਾੜੇ ਬਹੁੜਨ ਗਰਭ ਮਝਾਰੀ ਜੀ, ਨਾਨਕ ਗਿਆਨ ਰਤਨ ਪ੍ਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜੀ। ਉਹ ਕਹਿੰਦੇ ਗਿਆਨ ਦਾ ਰਤਨ ਜਦੋਂ ਹਿਰਦੇ 'ਚ ਪ੍ਰਕਾਸ਼ਦਾ, ਕਿਵੇਂ? ਜਦੋਂ ਮਨ ਵਿੱਚ ਵਸਦਾ ਆਣ ਕੇ ਨਿਰੰਕਾਰੀ। ਉਹ ਅਕਾਲ ਪੁਰਖ ਵਾਹਿਗੁਰੂ ਦਾ ਜਦੋਂ ਮਨ 'ਚ ਵਾਸਾ ਹੁੰਦਾ ਫਿਰ ਇਸ ਗੱਲ ਦੀ ਸੋਝੀ ਆਉਂਦੀ ਹੈ, ਨਹੀਂ ਤੇ ਮਨ ਨਹੀਂ ਮੰਨਦਾ ਹੁੰਦਾ, ਛੇਤੀ ਨਹੀਂ ਮੰਨਦਾ। ਸੋਠ ਮਹੱਲਾ ਪਹਿਲਾ। ਜਿਸ ਜਲ ਨਿਧ ਕਾਰਨ ਤੁਮ ਜਗ ਆਏ। ਕਹਿੰਦੇ ਜਿਸ ਨਾਮ ਜਲ ਦੇ ਵਾਸਤੇ ਤੂੰ ਆਇਆ ਸੰਸਾਰ ਤੇ, ਸੋ ਅੰਮ੍ਰਿਤ ਗੁਰ ਪਾਹੀ ਜੀ। ਕਹਿੰਦੇ ਉਹ ਅੰਮ੍ਰਿਤ ਤਾਂ ਗੁਰੂ ਕੋਲੇ ਆ। ਜਿਸ ਨਾਮ ਅੰਮ੍ਰਿਤ ਲਈ ਤੂੰ ਆਇਆ ਨਾ ਸੰਸਾਰ ਤੇ, ਉਹ ਗੁਰੂ ਸਾਹਿਬ ਕੋਲ ਹੈ। ਜਿਸ ਜਲ ਨਿਧ ਕਾਰਨ, ਉਹ ਨਾਮ ਜਲ ਜਿਹੜਾ ਨਿਧੀਆਂ ਸਾਰੀਆਂ ਖਜ਼ਾਨਿਆਂ ਦਾ ਮਾਲਕ ਹੈ।
ਸੋ ਅੰਮ੍ਰਿਤ ਗੁਰ ਪਾਹੀ ਜੀਓ, ਕਹਿੰਦੇ ਉਹ ਅੰਮ੍ਰਿਤ ਗੁਰੂ ਸਾਹਿਬ ਕੋਲ ਹੈ ਗੁਰਮੁਖਾ। ਛੋਡੋ ਵੇਸ ਭੇਖ ਚਤਰਾਈ, ਕਹਿੰਦੇ ਇਹ ਭੇਖਾਂ ਦੇ ਵੇਸ ਤੇ ਚਤਰਾਈ ਛੱਡ ਪਹਿਲਾਂ, ਤੇ ਫਿਰ ਤੈਨੂੰ ਪਤਾ ਲੱਗੇ ਜਿਸ ਲਈ ਮੈਂ ਸੰਸਾਰ ਤੇ ਆਇਆ ਉਹ ਦਾਤ ਗੁਰੂ ਸਾਹਿਬ ਕੋਲੇ। ਪਰ ਪਹਿਲਾਂ ਚਤਰਾਈ ਛੱਡ, ਕਿਉਂਕਿ ਚਤਰਾਈ ਬੜੀ ਵੱਡੀ ਰੁਕਾਵਟ ਹੈ ਇਸ ਗੱਲ 'ਚ। ਬਹੁਤ ਬਚਨ ਆਪਾਂ ਨੂੰ ਮਹਾਰਾਜ ਦੇ ਮਿਲਣਗੇ, ਚਾਤਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ, ਨਾਨਕ ਨਾਮ ਸੰਭਾਲ ਤੂੰ ਬੱਧਾ ਛੁਟਿਆ ਜਿੱਤ। ਗੁਰੂ ਸਾਹਿਬ ਕਹਿੰਦੇ ਆ ਪਹਿਲਾਂ ਚਲਾਕੀਆਂ ਤੇ ਚਤਰਾਈਆਂ ਛੱਡ ਤੇ ਨਾਮ ਜਪ ਕੇ, ਤਾਂ ਕਰਕੇ ਤੂੰ ਬੱਧਾ ਹੋਇਆ ਛੁੱਟ ਜਾਵੇਂ। ਚਲਾਕੀਆਂ ਨੇ ਤੈਨੂੰ ਨਹੀਂ ਛਡਾਉਣਾ, ਇਹ ਬੰਨ ਜ਼ਰੂਰ ਦੇਣਗੀਆਂ, ਬਣਵਾ ਦੇਣਗੀਆਂ, ਛਡਾ ਨਾ ਸਕਣਗੀਆਂ। ਪਹਿਲਾਂ ਇਹਨਾਂ ਨੂੰ ਛੱਡ, ਨਾਮ ਜਪ, ਫਿਰ ਇਸ ਬੰਧਨ ਤੋਂ ਤੂੰ ਨਿਕਲੇਗਾ। ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਕਹਿੰਦੇ ਹਜ਼ਾਰਾਂ ਸਿਆਣਪਾਂ ਹੋਣ, ਲੱਖਾਂ ਹੋਣ ਤੇਰੇ ਕੋਲੇ, ਸਿਆਣਪ ਤੇ ਚਤਰਾਈ ਤੇਰੇ ਨਾਲ ਨਹੀਂ ਜਾਣੀ। ਚਤਰਾਈ ਪਹਿਲਾਂ ਛੱਡ ਤੂੰ। ਗੁਰ ਕੀ ਮਾਤ ਤੂੰ ਲੇਹ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਕਹਿੰਦੇ ਨਿਆਣਿਆਂ ਗੁਰੂ ਦੀ ਮੱਤ ਲੈ, ਕਿਉਂਕਿ ਭਗਤੀ ਤੋਂ ਬਿਨਾਂ ਤਾਂ ਸਿਆਣੇ ਵੀ ਡੁੱਬਦੇ ਹੀ ਵੇਖੇ। ਬਹੁਤ ਸਿਆਣਪ ਜਮ ਕਾ ਭਉ ਵਿਆਪੇ, ਪੰਜਵੇਂ ਪਾਤਸ਼ਾਹ ਦੇ ਬਚਨ। ਕਹਿੰਦੇ ਬਹੁਤ ਜ਼ਿਆਦਾ ਸਿਆਣਾ ਹੋਵੇਗਾ ਨਾ ਬੰਦਾ, ਜਮਾਂ ਦੇ ਵਸ ਪਵੇਗਾ। ਕਿਉਂਕਿ ਸਿਆਣਪ ਤੇ ਚਤਰਾਈ ਨਾਮ 'ਚ ਵੱਡੀ ਰੁਕਾਵਟ ਹੈ। ਚਤਰਾਈ ਚਾਤਰ ਬੰਦੇ ਨੇ ਸੋਚਣਾ ਤੇ ਸਵਾਲ ਕਰਨੇ, ਪੁੱਛਣਾ ਇਹਦੇ ਨਾਲ ਕੀ ਹੋਊ ਜੀ, ਫਲਾਣਾ ਕਿਹੜਾ ਜਪਦਾ, ਉਸ ਧਰਮ ਵਾਲੇ ਕਿਉਂ ਨਹੀਂ ਜਪਦੇ, ਇਹ ਸਿਰਫ ਆਪਾਂ ਨੂੰ ਕਿਉਂ ਉਪਦੇਸ਼ ਹੈ, ਇਹ ਅਗਲਾ ਪਾਸਾ ਕਿਹਨੇ ਦੇਖਿਆ ਜੀ, ਇਹ ਗੱਲ ਕਿਹਨੇ ਕਹੀ ਹੈ, ਇਹਦੇ ਨਾਲ ਕੀ ਹੋ ਜਾਣ। ਇਹ ਸਾਰੀਆਂ ਚਤਰਾਈਆਂ ਕਰਕੇ ਆਉਂਦੀਆਂ ਇਹ ਗੱਲਾਂ ਮਨ 'ਚ, ਇਹ ਵਿਚਾਰ ਸਿਰਫ ਚਤਰਾਈ ਕਰਕੇ ਫੁਰਦੇ। ਤਾਂ ਮਹਾਰਾਜ ਨੇ ਆਖਿਆ ਵੀ ਉਹ ਚਤਰਾਈ ਆ ਉੱਥੇ ਰੱਖ ਕੇ ਆ ਬਾਹਰ, ਪਹਿਲਾਂ ਗੁਰਮੁਖਾ, ਪਹਿਲਾਂ ਸਿਆਣਪ ਉੱਥੇ ਰੱਖ ਕੇ ਆ, ਨਹੀਂ ਤੇ ਸਿਆਣਪ ਤੈਨੂੰ ਜਮਾਂ ਕੋ ਲੈ ਜਾਏਗੀ। ਇਹਦਾ ਮਤਲਬ ਇਹ ਨਹੀਂ ਵੀ ਕੋਈ ਗੁਰੂ ਦਾ ਸਿੱਖ ਆ ਜਾਂ ਰੱਬ ਨੂੰ ਮੰਨਣ ਵਾਲਾ ਮੂਰਖ ਹੋਵੇ, ਮੂਰਖ ਨਹੀਂ। ਉਹ ਕਹਿੰਦੇ ਪਰ ਤੇਰੀ ਚਤਰਾਈ ਗੁਰੂ ਅੱਗੇ ਨਹੀਂ ਚੱਲਣੀ। ਬਾਹਰ ਸੰਸਾਰ 'ਚ ਸਿਆਣਪ ਕੰਮ ਦੇਵੇਗੀ, ਪਰ ਸਿਆਣਪ ਗੁਰੂ ਘਰ ਨਹੀਂ ਚੱਲਣੀ, ਗੁਰੂ ਸਾਹਿਬ ਦੇ ਅੱਗੇ ਨਹੀਂ ਇਹ ਚੱਲਣੀ ਸਿਆਣਪ, ਇੱਥੇ ਨਹੀਂ। ਇਹ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ। ਕਹਿੰਦੇ ਮਨ ਦੀ ਚੰਚਲਤਾ ਹੀ ਛੱਡ, ਚਤਰਾਈ ਨਾਲ ਨਹੀਂ ਮਿਲਦਾ ਹੁੰਦਾ ਉਹ। ਜੇ ਚਤਰਾਈ ਨਾਲ ਮਿਲਦਾ ਤਾਂ ਬੜੀ ਚਾਤਰ ਹੈ ਦੁਨੀਆ। ਪਰ ਮਹਾਰਾਜ ਤੀਸਰੇ ਪਾਤਸ਼ਾਹ ਕਹਿੰਦੇ ਨਹੀਂ ਨਹੀਂ, ਚਤਰਾਈ ਨਾਲ ਤਾਂ ਕਦੀ ਨਹੀਂ ਕਿਸੇ ਨੂੰ ਮਿਲਿਆ, ਇਹ ਤਾਂ ਵੱਖਰਾ ਰਸਤਾ। ਇਸ ਲਈ ਆਖ ਦਿੱਤਾ ਭਈ ਤੂੰ ਛੋਡੋ ਵੇਸ ਭੇਖ ਚਤਰਾਈ। ਮਹਾਰਾਜ ਕਹਿੰਦੇ ਆ ਜਿਹੜੀ ਭੇਖਾਂ ਦੇ ਵੇਸ, ਘੜੀ ਮੁੜੀ ਕਦੇ ਕੁਝ ਕਦੇ ਕਿਤੇ ਕਦੇ ਕਿਤੇ, ਇਹ ਚਤਰਾਈਆਂ ਛੱਡ ਦੇ ਪਹਿਲਾਂ। ਦੁਬਦਾ ਇਹ ਫਲ ਨਾਹੀਂ ਜੀਓ, ਕਹਿੰਦੇ ਦੁਬਦਾ 'ਚ ਫਸੇ ਬੰਦੇ ਨੂੰ ਇਸ ਫਲ ਦੀ ਪ੍ਰਾਪਤੀ ਨਹੀਂ ਹੁੰਦੀ। ਇਹ ਚਤਰਾਈ ਛੱਡ ਪਹਿਲਾਂ, ਕਿਉਂਕਿ ਚਾਤਰ ਬੰਦਾ ਸਾਧ ਸੰਗਤ ਜੀ ਫਿਰ ਗੁਰੂ ਸਾਹਿਬ ਨਾਲ ਵੀ ਚਤਰਾਈ ਕਰਦਾ। ਇਤਿਹਾਸ ਦੀ ਇੱਕ ਆਪਾਂ ਨੂੰ ਸੁਣਾਉਂਦੇ ਨਾ ਸਾਖੀ ਬਚਨ, ਗੁਰਸਿੱਖ 10ਵੇਂ ਪਾਤਸ਼ਾਹ ਜੀ ਦਾ ਜੀਵਨ। ਉਹ ਕਹਿੰਦੇ ਆਨੰਦਪੁਰ ਸਾਹਿਬ ਬੜੀ ਸੰਗਤ ਆਉਂਦੀ ਮਹਾਰਾਜ ਕੋਲੇ, ਸੇਵਾ ਕਰਦੇ, ਦਰਸ਼ਨ ਕਰਦੇ। ਕੋਈ 4 ਦਿਨ ਰਹਿੰਦਾ, ਕੋਈ 10 ਦਿਨ ਰਹਿੰਦਾ, ਕੋਈ ਮਹੀਨਾ ਰਹਿੰਦਾ, ਫਿਰ ਜਾਂਦੇ ਵਾਪਸ ਘਰਾਂ ਨੂੰ। ਇੱਕ ਪਿੰਡ ਦੀ ਸੰਗਤ ਆਈ ਤਾਂ ਮਹਾਰਾਜ ਦੇ ਦਰਸ਼ਨ ਕੀਤੇ, 2-4 ਦਿਨ ਸੇਵਾ ਕੀਤੀ। ਫਿਰ ਕਹਿੰਦੇ ਠੀਕ ਹੈ ਮਹਾਰਾਜ ਹੁਣ ਆਗਿਆ ਦਿਓ, ਅਸੀਂ ਜਾਈਏ ਪਿੰਡ ਨੂੰ। ਮਹਾਰਾਜ ਨੇ ਵਚਨ ਕੀਤਾ ਨਹੀਂ ਕੋਈ ਨਹੀਂ ਭਾਈ, ਹੋਰ ਕਰ ਲਓ ਸੇਵਾ, ਥੋੜ੍ਹੇ ਦਿਨ ਅਟਕ ਲਓ। ਹਫ਼ਤਾ ਹੋਰ ਅਟਕ ਗਏ। ਹਫ਼ਤੇ ਬਾਅਦ ਫਿਰ ਆਏ, ਕਹਿੰਦੇ ਮਹਾਰਾਜ ਚੱਲੀਏ ਹੁਣ ਆਗਿਆ ਦਿਓ ਜੀ, ਆਪਣੇ ਕੰਮ ਕਾਰ ਦੇਖੀਏ ਜਾ ਕੇ। ਮਹਾਰਾਜ ਸਾਹਿਬ ਨੇ ਕਿਹਾ ਨਹੀਂ ਕੋਈ ਨਹੀਂ, ਹੋਰ 10 ਦਿਨ ਰਹਿ ਲਓ। ਹੋਰ 10 ਦਿਨ ਰਹਿ ਲਿਆ। ਫਿਰ ਕਹਿੰਦੇ ਮਹਾਰਾਜ ਹੁਣ ਦਿਓ ਆਗਿਆ, ਜਾਈਏ, ਹੁਣ ਤਾਂ ਬੜੇ ਦਿਨ ਹੋ ਗਏ ਜੀ, ਹੁਣ ਜਾ ਕੇ ਆਪਣਾ ਕੰਮ ਧੰਦਾ ਵੀ ਦੇਖੀਏ। ਮਹਾਰਾਜ ਜੀ ਨੇ ਆਖਿਆ ਨਹੀਂ ਕੋਈ ਨਹੀਂ, ਅਜੇ ਤੁਸੀਂ ਮਹੀਨਾ ਨਹੀਂ ਜਾਣਾ, ਹੋਰ ਰਹਿ ਲਓ। ਫਿਰ ਉਹਨਾਂ ਨੇ ਆਣ ਕੇ ਸਲਾਹ ਕੀਤੀ, ਕਹਿੰਦੇ ਵੀ ਗੁਰੂ ਸਾਹਿਬ ਤਾਂ ਸਹਿਜੇ ਹੀ ਬਚਨ ਕਰ ਦਿੰਦੇ, ਹੋਰ ਰਹਿ ਲਓ, ਤਾਂ ਆਪਾਂ ਤਾਂ ਜਾ ਕੇ ਆਪਣੇ ਕੰਮ ਵੀ ਦੇਖਣੇ। ਮਹਾਰਾਜ ਜਾਣ ਨਹੀਂ ਦਿੰਦੇ। 3 ਵਾਰੀ ਗਏ ਆ ਤਾਂ ਮਹਾਰਾਜ ਨੇ ਰੋਕ ਲਿਆ, ਜਾਈਏ ਕਿੱਦਾਂ। ਹੁਣ ਜਿਹੜੇ ਚਾਤਰ ਸੀ ਨਾ, ਉਹਨਾਂ ਨੇ ਸਕੀਮ ਸੋਚੀ। ਉਹ ਕਹਿੰਦੇ ਐਂ ਕਰੋ,
एक बंदे नूं पाओ फट्टे ते लम्मा, ਉਹਦੇ ਉੱਪਰ ਪਾਈਏ ਚਾਦਰ, ਤੇ ਫਿਰ ਮਹਾਰਾਜ ਨੂੰ ਆਖੀਏ ਵੀ ਇਹ ਸਾਡੇ ਨਾਲ ਆਇਆ ਸੀ ਪਿੰਡੋਂ, ਇਹ ਕਰ ਗਿਆ ਚੜ੍ਹਾਈ, ਤੇ ਮਹਾਰਾਜ ਇਹ ਤਾਂ ਪਿੰਡ ਜਾ ਕੇ ਸੰਸਕਾਰ ਕਰਦੇ ਆ ਤੇ ਫਿਰ ਛੁੱਟੀ ਦੇਣਗੇ ਮਹਾਰਾਜ। ਇੱਦਾਂ ਹੀ ਕੀਤਾ, ਇੱਕ ਨੂੰ ਪਾ ਲਿਆ ਲੰਮਾ, ਉਹਦੇ ਤੇ ਪਾਈ ਚਾਦਰ, ਉਹਨੂੰ ਚੁੱਕ ਲਿਆ ਤੇ ਲੈ ਕੇ ਤੁਰ ਪਏ ਤੇ ਸ਼ਬਦ ਪੜ੍ਹਦੇ ਜਾਣ। ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵ ਆਪਣਾ, ਚਲਤੇ ਰਾਖਿਓ ਚੀਤ। ਜਦੋਂ ਲੰਘਣ ਲੱਗੇ, ਮਹਾਰਾਜ ਦਰਬਾਰ ਲੱਗਾ ਸੀ ਤੇ ਲੰਘਣ ਲੱਗੇ ਤੇ ਮਹਾਰਾਜ ਨੇ ਸਿੱਖ ਨੂੰ ਭਜਾ, ਕਹਿੰਦੇ ਉਹ ਕੀ ਹੋ ਗਿਆ, ਉਹ ਦੇਖੋ ਰੋਕੋ ਉਹਨਾਂ ਨੂੰ। ਜਾ ਕੇ ਰੋਕਿਆ, ਉਹ ਕਹਿੰਦੇ ਮਹਾਰਾਜ ਕੋਈ ਚੜ੍ਹਾਈ ਕਰ ਗਿਆ, ਉਹਨੂੰ ਲੈ ਕੇ ਚੱਲੇ ਪਿੰਡ ਵਾਲੇ। ਮਹਾਰਾਜ ਕਹਿੰਦੇ ਨੇ ਉਹਨਾਂ ਨੂੰ ਸੱਦੋ ਇੱਥੇ ਸਾਰਿਆਂ ਨੂੰ। ਜੋ ਸੱਦ ਲਿਆ ਤਾਂ ਗੁਰੂ ਸਾਹਿਬ ਜੀ ਕਹਿੰਦੇ ਵੀ ਕੀ ਗੱਲ ਹੋਈ, ਕਹਿੰਦੇ ਜੀ ਆਇਆ ਸੀ ਸਾਡੇ ਨਾਲ ਹੀ ਤਾਂ ਵਿਚਾਰਾ ਚੜ੍ਹਾਈ ਕਰ ਗਿਆ, ਹੁਣ ਜਾਣੇ ਲੈ ਕੇ ਪਿੰਡ, ਫਿਰ ਹੁਣ ਕੀ ਕਰ ਸਕਦੇ ਆ ਜੀ, ਉੱਥੇ ਜਾ ਕੇ ਇਹਦਾ ਸੰਸਕਾਰ ਕਰਾਂਗੇ। ਮਹਾਰਾਜ ਕਹਿੰਦੇ ਜਿਹੜਾ ਬੰਦਾ ਸੇਵਾ ਕਰਨ ਆਇਆ ਤੁਹਾਡੇ ਨਾਲ, ਇੰਨੇ ਪ੍ਰੇਮ ਨਾਲ ਇਹਨੇ ਇੱਥੇ ਸੇਵਾ ਕੀਤੀ ਤੇ ਪਿੰਡ ਲੈ ਕੇ ਜਾਣ ਦੀ ਕੀ ਲੋੜ ਹੈ, ਇੱਥੇ ਅਸੀਂ ਹੱਥੀਂ ਸੰਸਕਾਰ ਕਰਦੇ ਹਾਂ ਇਹਦਾ। ਕਹਿੰਦੇ ਲਿਆ ਭਾਈ ਆਲਮ ਸਿੰਘ, ਚੰਦਨ ਦੀਆਂ ਲੱਕੜਾਂ ਇਕੱਠੀਆਂ ਕਰੋ ਭਾਈ, ਇਹ ਤੇ ਸੇਵਾ ਕਰਦਾ, ਚੜ੍ਹਾਈ ਕਰ ਗਿਆ, ਇਹਨੂੰ ਆਪਾਂ ਹੱਥੀਂ ਕਰਦੇ ਹਾਂ ਸਾਰਾ ਕੁਝ। ਉਹ ਹੁਣ ਕੀ ਕਹਿ ਸਕਦੇ ਸੀ। ਜਦੋਂ ਬਣਾਤੀ ਜਿਖਾ ਉੱਤੇ ਰੱਖਣ ਲੱਗਿਆ, ਫਿਰ ਜਿਹੜਾ ਲੰਮਾ ਪਿਆ ਉਹਨੇ ਸੋਚਿਆ ਵੀ ਇਹਨਾਂ ਦਾ ਕੁਝ ਨਹੀਂ ਜਾਣਾ, ਮੈਨੂੰ ਤਾਂ ਫੂਕ ਦੇਣਗੇ। ਉਹ ਵਿਚਾਰਾ ਉੱਠ ਕੇ ਬਹਿ ਗਿਆ, ਕਹਿੰਦਾ ਜੀ ਗਲਤੀ ਹੋ ਗਈ, ਮਾਫੀ ਦਿਓ, ਮਾਫ ਕਰ ਦਿਓ। ਮਹਾਰਾਜ ਕਹਿੰਦੇ ਇਹ ਕੀ ਕੀਤਾ ਜੇ, ਇੱਦਾਂ ਕਿਉਂ ਕੀਤਾ। ਉਹ ਕਹਿੰਦੇ ਮਹਾਰਾਜ ਤੁਸੀਂ ਛੁੱਟੀ ਨਹੀਂ ਦਿੰਦੇ, ਫਿਰ ਤੇ ਮਜਬੂਰੀ ਸੀ, ਇੱਦਾਂ ਕਰਨਾ ਪਿਆ। ਤੇ ਚਲੋ ਜੇ ਅਸੀਂ ਗਲਤੀ ਕਰ ਲਈ ਤਾਂ ਗੁਰੂ ਤੇ ਸਿੱਖ ਦੇ ਪਰਦੇ ਢੱਕਦਾ, ਤਾਂ ਤੁਸੀਂ ਚੁੱਪ ਕੀਤੇ ਰਹਿੰਦੇ ਜੇ, ਤੁਸੀਂ ਇੱਦਾਂ ਜ਼ਰੂਰ ਇਹਨੂੰ ਉਠਾਉਣਾ ਸੀ ਵੀ ਤੁਸੀਂ ਸਾਡਾ ਘੱਟੋ ਘੱਟ ਪਰਦਾ ਹੀ ਰੱਖ ਲੈਂਦੇ। ਕਿਉਂਕਿ ਸਤਿਗੁਰ ਢਾਕ ਲਿਆ ਮੋਹ ਪਾਪੀ ਪੜਦਾ, ਤੁਹਾਡੀ ਤੇ ਬਾਣੀ ਕਹਿੰਦੀ। ਮਹਾਰਾਜ ਕਹਿੰਦੇ ਰੱਖ ਲੈਂਦੇ, ਜ਼ਰੂਰ ਤੁਹਾਡਾ ਪਰਦਾ ਰੱਖ ਲੈਂਦੇ, ਕੋਈ ਗੱਲ ਨਹੀਂ ਸੀ। ਪਰ ਜੇ ਅੱਜ ਤੁਹਾਡਾ ਪਰਦਾ ਰੱਖ ਲੈਂਦੇ, ਪੱਕਾ ਤੁਹਾਡੇ ਮਨ 'ਚ ਬਹਿ ਜਾਣਾ ਸੀ ਵੀ ਗੁਰੂ ਨੂੰ ਕੋਈ ਪਤਾ ਨਹੀਂ ਲੱਗਦਾ। ਜਿੱਦਾਂ ਮਰਜ਼ੀ ਫਰੇਬ ਕਰ ਲੋ, ਛਲ ਕਰ ਲੋ, ਝੂਠ ਬੋਲ ਲੋ, ਗੁਰੂ ਨੂੰ ਕਿਹੜਾ ਪਤਾ ਲੱਗਦਾ। ਮਹਾਰਾਜ ਕਹਿੰਦੇ ਅਸੀਂ ਤੁਹਾਡਾ ਪਰਦਾ ਰੱਖ ਲੈਣਾ ਸੀ, ਪਰ ਤੁਹਾਡਾ ਬੇੜਾ ਬਹਿ ਜਾਣਾ ਸੀ, ਡੁੱਬ ਜਾਣਾ ਸੀ ਤੁਸੀਂ। ਤੁਹਾਡੇ ਮਨ 'ਚ ਆ ਜਾਣਾ ਵੀ ਚਤਰਾਈ ਚੱਲ ਜਾਂਦੀ ਮਹਾਰਾਜ ਅੱਗੇ, ਤੁਸੀਂ ਆਪਣੇ ਆਪ ਨੂੰ ਬਹੁਤ ਚਾਤਰ ਸਮਝਣਾ ਸੀ। ਤੁਸੀਂ ਕਹਿਣਾ ਸੀ ਗੁਰੂ ਸਾਹਿਬ ਨੂੰ ਤੇ ਪਤਾ ਹੀ ਨਹੀਂ ਲੱਗਦਾ, ਫਿਰ ਤੁਹਾਡੀ ਸ਼ਰਧਾ ਨਹੀਂ ਸੀ ਰਹਿਣੀ। ਇਸ ਕਰਕੇ ਇਹਨੂੰ ਉਠਾਇਆ, ਅਸੀਂ ਤੁਹਾਡੇ ਦੁਸ਼ਮਣ ਨਹੀਂ, ਸਿਰਫ ਇਹ ਹੀ ਤੁਹਾਨੂੰ ਦੱਸਣ ਲਈ ਸੀ ਵੀ ਇਹ ਚਤਰਾਈ ਇੱਥੇ ਨਹੀਂ ਚੱਲਣੀ। ਇਹ ਮਨ ਚੰਚਲਾ, ਚਤਰਾਈ ਕਿਨੇ ਨਾ ਪਾਇਆ। ਛੋਡੋ ਵੇਸ ਭੇਖ ਚਤਰਾਈ। ਮਹਾਰਾਜ ਕਹਿੰਦਾ ਪਹਿਲਾਂ ਜੇ ਗੁਰੂ ਘਰ ਆਉਣਾ ਤਾਂ ਚਤਰਾਈ ਬਾਹਰ ਰੱਖ ਕੇ ਆਓ ਜੋੜੇ ਘਰ 'ਚ। ਇੱਥੇ ਤਾਂ ਬਿਲਕੁਲ ਸਾਦੇ ਸਿੱਧੇ ਮਨ ਨਾਲ ਆਉਣਾ ਪੈਂਦਾ। ਮਨ ਦੀਆਂ ਹੇਰਾ ਫੇਰੀਆਂ, ਫਰੇਬ ਇੱਥੇ ਥੋੜ੍ਹੇ ਚੱਲਣੇ, ਬਾਹਰ ਚੱਲ ਜਾਂਦੇ ਦੁਨੀਆ 'ਚ, ਇੱਥੇ ਨਹੀਂ। ਇਸ ਲਈ ਗੁਰੂ ਸਾਹਿਬ ਦਾ ਬਚਨ ਕਹਿੰਦੇ ਛੋਡੋ ਵੇਸ ਭੇਖ ਚਤਰਾਈ, ਦੁਬਦਾ ਇਹ ਫਲ ਨਾਹੀਂ ਜੀਓ। ਕਹਿੰਦੇ ਦੁਬਦਾ ਕਰਕੇ ਇਹ ਜਿਹੜੀਆਂ ਚਤਰਾਈਆਂ ਕਰਨੀਆਂ ਨਾ, ਇਹ ਬੰਦੇ ਨੂੰ ਦੁਬਦਾ 'ਚ ਫਸਾਉਂਦੀਆਂ। ਕਹਿੰਦੇ ਇਹ ਚਤਰਾਈ ਨਾਲ ਇਹ ਕੋਈ ਫਲ ਨਹੀਂ ਪ੍ਰਾਪਤ ਹੋਣਾ। ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ। ਕਹਿੰਦੇ ਮਣਾ ਟਿਕ ਜਾ ਇੱਕ ਥਾਂ ਤੇ, ਇੱਧਰ ਉੱਧਰ ਨਾ ਭੱਜਾ ਫਿਰ ਐਵੇਂ। ਮਨ ਰੇ ਥਿਰ ਰਹੋ, ਟਿਕ ਕੇ ਬਹਿ, ਕਹਿੰਦੇ ਟਿਕ। ਮਤ ਕਤ ਜਾਹੀ ਜੀਓ, ਕਿਤੇ ਮਤਾਂ ਜਾ ਤੂੰ, ਬਸ ਇੱਥੇ ਟਿਕ ਜਾ। ਬਾਹਰ ਢੂੰਡਤ ਬਹੁਤ ਦੁੱਖ ਪਾਵੈ। ਕਹਿੰਦੇ ਬਾਹਰ ਲੱਭਦਿਆਂ ਲੋਕਾਂ ਬੜੇ ਦੁੱਖ ਝੱਲੇ, ਕਈ ਸਾਲ ਜੰਗਲਾਂ ਵਿੱਚ ਕੰਦ ਮੂਲ ਖਾ ਕੇ ਗੁਜ਼ਾਰੇ ਕੀਤੇ, ਮੀਂਹ ਹਨੇਰੀਆਂ ਆਪਣੇ ਸਰੀਰ ਤੇ ਝੱਲੀਆਂ, ਪਰ ਪ੍ਰਮਾਤਮਾ ਮਿਲਿਆ ਨਹੀਂ। ਕਿਉਂ? ਕਿਉਂਕਿ ਰਸਤਾ ਗਲਤ ਸੀ, ਬਾਹਰੋਂ ਲੱਭਦੇ ਸੀ। ਬਾਹਰ ਢੂੰਡਤ ਬਹੁਤ ਦੁੱਖ ਪਾਵੈ, ਘਰ ਅੰਮ੍ਰਿਤ ਘਟ ਮਾਹੀ ਜੀਓ। ਕਹਿੰਦੇ ਤੇਰੇ ਹਿਰਦੇ 'ਚ ਸੀ ਉਹ ਅੰਮ੍ਰਿਤ, ਤੇਰੇ ਘਰੇ, ਪਰ ਤੂੰ ਬਾਹਰ ਲੱਭਦਾ ਫਿਰਦਾ ਸੀ। ਇਸ ਲਈ ਬਾਹਰ ਤਾਂ ਦੁੱਖ ਹੀ ਚੱਲਣਾ ਪੈਣਾ ਸੀ, ਬਾਹਰ ਤਾਂ ਭੁੱਖਾਂ ਤਰਿਆਂ ਕੱਟਣੀਆਂ ਪੈਣਗੀਆਂ। ਬਾਹਰ ਤਾਂ ਲੋਕੀ ਸਾਰੀ ਉਮਰ ਗੁਫਾਵਾਂ 'ਚ ਬੈਠੇ ਬਤੀਤ ਕਰ ਦਿੰਦੇ। ਇਸ ਲਈ ਕਹਿੰਦੇ ਦੁੱਖ ਘਰ ਅੰਮ੍ਰਿਤ ਘਟ ਮਾਹੀ ਜੀਓ। ਅਸਲ 'ਚ ਤੇਰੇ ਅੰਦਰ ਸੀ ਸਾਰਾ ਕੁਝ, ਸੋਝੀ ਨਹੀਂ ਆਈ।
ਰਹਾਉ ਵਿਸ਼ਰਾਮ ਦੇ ਕੇ ਕਿਰਪਾ ਕਰਦੇ, ਅਵਗਣ ਛੋੜ ਗੁਣਾ ਕੋ ਧਾਵੋ। ਫਿਰ ਮਹਾਰਾਜ ਕਿਵੇਂ ਪਤਾ ਲੱਗੇ? ਜੇ ਅੰਦਰ ਹੈ ਸਾਡੇ, ਸਾਨੂੰ ਅਨੁਭਵ ਕਿਵੇਂ ਹੋਵੇ? ਤਾਂ ਗੁਰੂ ਸਾਹਿਬ ਦਾ ਬਚਨ ਕਹਿੰਦੇ ਅਵਗੁਣ ਛੋੜ ਗੁਣਾ ਕੋ ਧਾਵੋ। ਕਹਿੰਦੇ ਅਵਗੁਣ ਛੱਡ ਦੇ ਭਾਈ, ਪਹਿਲਾਂ ਅਵਗੁਣ ਛੱਡ, ਗੁਣ ਇਕੱਠੇ ਕਰ, ਸ਼ੁਭ ਗੁਣ ਇਕੱਠੇ ਕਰ। ਸਤ, ਸੰਤੋਖ, ਦਇਆ, ਧਰਮ, ਵਿਚਾਰ, ਖਿਮਾ, ਅਹਿੰਸਾ, ਇਹ ਸ਼ੁਭ ਗੁਣ ਹੁੰਦੇ ਸਾਰੇ। ਅਵਗੁਣ ਛੋੜ ਗੁਣਾ ਕੋ ਧਾਵੋ, ਕਰ ਅਵਗੁਣ ਪਛਤਾਹੀ ਜੀਓ। ਕਹਿੰਦੇ ਅਵਗੁਣ ਕਰਕੇ ਪਛਤਾਉਣਾ ਪਵੇਗਾ, ਇਸ ਕਰਕੇ ਅਵਗੁਣ ਛੱਡ ਦੇ, ਅਵਗੁਣ ਕਰਕੇ ਪਛਤਾਵੇਂਗਾ। ਸਾਰੇ ਆਪ ਸਾਰ ਕੀ ਸਾਰ ਨਾ ਜਾਣ। ਕਹਿੰਦੇ ਚੰਗੇ ਮਾੜੇ ਦੀ ਫਿਰ ਸਾਰ ਨਹੀਂ ਜਾਣਦਾ ਬੰਦਾ। ਕਿਉਂ? ਕਿਉਂਕਿ ਪਾਪ ਪੁੰਨ 'ਚ ਫਰਕ ਨਹੀਂ ਕਰ ਸਕਦਾ। ਅਵਗੁਣਾਂ ਦਾ ਭਰਿਆ ਹੋਇਆ ਬੰਦਾ, ਉਹਨੂੰ ਨਹੀਂ ਲੱਗਦਾ ਵੀ ਇਹ ਪਾਪ ਹੈ, ਉਹ ਫਿਰ ਚੰਗੇ ਮਾੜੇ ਦੀ ਵਿਚਾਰ ਛੱਡ ਦਿੰਦਾ। ਉਹਨੇ ਨਹੀਂ ਸੋਚਣਾ ਵੀ ਇਹ ਜਿਹੜਾ ਮੈਂ ਕੰਮ ਕਰਨ ਲੱਗਾ ਇਹ ਤੇ ਪਾਪ ਹੈ ਭਾਈ, ਇਹ ਤਾਂ ਬੁਰਾ, ਇਹ ਨਹੀਂ ਕਰਨਾ ਚਾਹੀਦਾ। ਬਲਕਿ ਸਗੋਂ ਆਪਣੇ ਆਪ 'ਚ ਖੁਸ਼ ਹੁੰਦਾ ਭਈ ਦੇਖੋ ਮੈਂ ਆਹ ਠੱਗੀ ਮਾਰ ਲਈ, ਪਤਾ ਵੀ ਨਹੀਂ ਲੱਗਣ ਦਿੱਤਾ। ਖੁਸ਼ ਹੁੰਦਾ ਕਿਸੇ ਦਾ ਹੱਕ ਮਾਰ ਕੇ, ਕਿਸੇ ਦੇ ਪਲਾਟ ਤੇ ਕਬਜ਼ਾ ਕਰਕੇ, ਕਿਸੇ ਦੇ ਨਾਲ ਠੱਗੀ ਮਾਰ ਕੇ, ਕਿਸੇ ਦੀ ਚੋਰੀ ਕਰਕੇ, ਕਿਸੇ ਦੀ ਜੇਬ ਕੱਟ ਕੇ, ਤੇ ਖੁਸ਼ ਹੁੰਦਾ ਦੇਖੋ ਮੈਂ ਆਹ ਕਰ ਲਿਆ, ਵੀ ਪਤਾ ਨਹੀਂ ਲੱਗਾ, ਕਿਸੇ ਨੂੰ ਪਤਾ ਨਹੀਂ ਲੱਗਾ। ਪਰ ਕਹਿੰਦੇ ਇਹ ਅਵਗੁਣ ਛੱਡ ਦੇ, ਇਹਨਾਂ ਕਰਕੇ ਪਛਤਾਉਣਾ ਪੈਣਾ। ਸਾਰ ਅਪਸਾਰ ਕੀ ਸਾਰ ਹੁੰਦਾ ਚੰਗਾ ਤੇ ਅਪਸਾਰ ਹੁੰਦਾ ਮਾੜਾ। ਕਹਿੰਦੇ ਚੰਗੇ ਮਾੜੇ ਦੀ ਫਿਰ ਬੰਦੇ ਦੇ ਅੰਦਰੋਂ ਵਿਚਾਰ ਨਿਕਲ ਜਾਂਦੀ ਹੈ। ਜਦੋਂ ਅਵਗੁਣ ਇਕੱਠੇ ਹੋ ਜਾਣ ਨਾ, ਫਿਰ ਇੰਨੀ ਬੁੱਧੀ ਉਹਦੀ ਨਹੀਂ ਰਹਿੰਦੀ। ਘੱਟੋ ਘੱਟ ਚੰਗੇ ਮਾੜੇ ਬਾਰੇ ਸੋਚ ਤਾਂ ਲਵੇ। ਸਾਰ ਅਪਸਾਰ ਕੀ ਸਾਰ ਨਾ ਜਾਣੇ, ਫਿਰ ਕੀਚ ਬੁਡਾਹੀ ਜੀਓ। ਕਹਿੰਦੇ ਮੁੜ ਮੁੜ ਚਿੱਕੜ 'ਚ ਡੁੱਬੇਗਾ ਉਹ, ਮੁੜ ਮੁੜ ਕੇ ਜਿਸ ਚਿੱਕੜ 'ਚੋਂ ਇੱਕ ਵਾਰ ਨਿਕਲਿਆ ਫਿਰ ਉਸੇ 'ਚ ਜਾਵੇ। ਕਿਉਂਕਿ ਉਹਨੂੰ ਆਨੰਦ ਚਿੱਕੜ 'ਚੋਂ ਹੀ ਆ ਰਿਹਾ ਹੁੰਦਾ। ਜਿਵੇਂ ਕਹਿੰਦੇ ਸਿਰਫ ਸਮਝਣ ਲਈ ਕੁਝ ਕੁ ਗੁਰਮੁਖਾਂ ਨੇ ਬਚਨ ਲਿਖੇ ਆ। ਉਹ ਕਹਿੰਦੇ ਵੀ ਸੂਰ ਨੂੰ ਇੱਕ ਵਾਰੀ ਕਿਸੇ ਨੇ ਆਖਿਆ ਤੈਨੂੰ ਸਵਰਗ ਲੈ ਜਾਈਏ, ਕਹਿੰਦਾ ਲੈ ਜਾਓ, ਪਰ ਉੱਥੇ ਚਿੱਕੜ ਹੋਊ ਲੇਟਣ ਲਈ। ਕਹਿੰਦੇ ਨਹੀਂ ਉੱਥੇ ਨਹੀਂ ਹੁੰਦੇ। ਕਹਿੰਦੇ ਫਿਰ ਮੈਂ ਨਹੀਂ ਜਾਣਾ, ਕਿਉਂਕਿ ਉਹਦੀ ਤੇ ਵਿਚਾਰੇ ਦੀ ਪ੍ਰੀਤੀ ਉੱਥੇ ਪਈ। ਮੁੜ ਮੁੜ ਕੇ ਕਹਿੰਦੇ ਉਸੇ ਚਿੱਕੜ 'ਚ ਡਿੱਗਦਾ। ਫਿਰ ਕੀਚ ਬੁਡਾਹੀ ਜੀਓ। ਅੰਤਰ ਮੈਲ ਲੋਭ ਬਹੁਤ ਝੂਠੇ। ਕਹਿੰਦੇ ਅੰਦਰ ਮੈਲ ਹੈ ਵਿਕਾਰਾਂ ਦੇ, ਲੋਭੀ ਹੈ ਝੂਠਾ ਬੰਦਾ। ਬਾਹਰ ਨਹਾਵੋ ਕਾਹੀ ਜੀਓ। ਕਹਿੰਦੇ ਬਾਹਰੋਂ ਨਹਾ ਕੇ ਲੋਕਾਂ ਨੂੰ ਵਿਖਾਉਂਦਾ ਹੈ। ਜਾਂ ਤੇਰੇ ਅੰਦਰ ਇੰਨਾ ਅਵਗੁਣਾਂ ਦਾ ਚਿੱਕੜ ਹੈ, ਤੇ ਕਹਿੰਦੇ ਬਾਹਰ ਪਿੰਡੇ ਤੇ ਪਾਣੀ ਪਾਇਆ ਕੀ ਹੋ ਜਾਏਗਾ। ਹਾਲਾਂਕਿ ਗੁਰਮੁਖ ਨੂੰ ਨਾ ਇਸ਼ਨਾਨ ਦਾ ਉਪਦੇਸ਼ ਮਹਾਰਾਜ ਨੇ ਦਿੱਤਾ ਹੈ, ਪਰ ਕਹਿੰਦੇ ਕੁਝ ਅੰਦਰ ਵੀ ਤਾਂ ਆਪਣਾ ਨਿਰਮਲ ਕਰ। ਨਿਰਮਲ ਨਾਮ ਜਪੋ ਸਦ ਗੁਰਮੁਖ। ਕਹਿੰਦੇ ਨਿਰਮਲ ਕਰਕੇ ਆਪਣੇ ਮਨ ਨੂੰ ਗੁਰਮੁਖੋ ਨਾਮ ਜਪੋ, ਔਰ ਸਦਾ ਹੀ ਜਪੋ ਗੁਰਮੁਖਾਂ ਦੀ ਤਰ੍ਹਾਂ। ਅੰਤਰ ਕੀ ਗਤ ਤਾਹੀ ਜੀਓ। ਕਹਿੰਦੇ ਤਾਂ ਤੇਰੇ ਅੰਦਰੋਂ ਭਲਾ ਹੋਣਾ, ਅੰਦਰ ਤੇਰਾ ਤਾਂ ਨਿਰਮਲ ਹੋਵੇਗਾ ਨਾਮ ਜਪ। ਪਰ ਹਰ ਲੋਭ ਨਿੰਦਾ ਕੂੜ ਤਿਆਗੋ। ਕਹਿੰਦੇ ਲੋਭ ਛੱਡ, ਨਿੰਦਾ ਛੱਡ, ਝੂਠ ਛੱਡ। ਪਰ ਹਰ ਲੋਭ ਨਿੰਦਾ ਕੂੜ ਤਿਆਗੋ, ਸੱਚ ਗੁਰ ਬਚਨੀ ਫਲ ਪਾਹੀ ਜੀਓ। ਕਹਿੰਦੇ ਗੁਰੂ ਸਾਹਿਬ ਜੀ ਦੇ ਬਚਨਾਂ ਵੱਲ ਧਿਆਨ ਕਰ, ਤੈਨੂੰ ਚੰਗਾ ਫਲ ਮਿਲੇਗਾ। ਜਿਉ ਭਾਵੈ ਤੇ ਉਹ ਰੱਖੋ ਹਰ ਜੀਓ। ਐਉਂ ਅਰਦਾਸ ਕਰ ਮਹਾਰਾਜ ਜਿੱਦਾਂ ਵੀ ਹੁੰਦਾ ਮੈਨੂੰ ਰੱਖ ਲਓ ਜੀ, ਜਿਵੇਂ ਹੁੰਦਾ ਮੈਨੂੰ ਬਚਾਓ। ਜਿਉ ਭਾਵੈ ਤੇ ਉਹ ਰੱਖੋ ਹਰ ਜੀਓ, ਜਨ ਨਾਨਕ ਸ਼ਬਦ ਸਲਾਹੀ ਜੀਓ। ਕਹਿੰਦੇ ਸ਼ਬਦ ਦੁਆਰਾ ਉਸ ਪਰਮਾਤਮਾ ਦੀ, ਗੁਰੂ ਸਾਹਿਬ ਜੀ ਦੀ ਸਿਫਤ ਸਲਾਹ ਕਰ। ਇਹ ਅਰਦਾਸ ਕਰ ਮਹਾਰਾਜ ਮੈਨੂੰ ਬਚਾਓ, ਜਿਵੇਂ ਮਰਜ਼ੀ ਮੈਨੂੰ ਰੱਖੋ, ਮੇਰੇ ਤੇ ਕਿਰਪਾ ਕਰੋ। ਮੇਰੀ ਆਪ ਦੀ ਇੰਨੀ ਮੱਤ ਹੈ ਨਹੀਂ, ਮੇਰੇ 'ਚ ਤਾਂ ਗੁਣ ਹੈਗੇ ਨਹੀਂ, ਪਰ ਤੁਸੀਂ ਕਿਰਪਾ ਕਰਕੇ ਮੈਨੂੰ ਬਚਾ ਲਓ। ਫਿਰ ਕਹਿੰਦੇ ਭਲਾ ਹੋਵੇਗਾ। ਇਹ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੋਠ ਰਾਗ ਵਿੱਚ ਸ਼ਬਦ ਦੀ ਸਾਧ ਸੰਗਤ ਜੀ ਆਪਾਂ ਵਿਚਾਰ ਕੀਤੀ ਹੈ। ਵਿਚਾਰ ਕਰਦੀਆਂ ਹੋਈਆਂ ਭੁੱਲਾਂ ਚੁੱਕਾਂ ਦੀ ਆਪ ਗੁਰੂ ਕੀ ਸੰਗਤ ਨੇ ਖਿਮਾ ਬਖਸ਼ ਦੇਣੀ ਜੀ। ਲੇਖਿਆ ਕਤੇ ਨਾ ਛੂਟੀ ਹੈ, ਖਨ ਖਨ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ।
सतगुर तां पाया सहज सेती मन वजियां वाधाइयां राग रतन परवार परियां शब्द गावण आइयां शब्द उता गाओ हरि केरा मन जिने वसाया कह नानक आनंद होवा सतगुरु मैं पाया ये मन मेरा तू सदा रहो हर नाले हर नाल रहो तू मन मेरे दुख सब विसारना अंगीकार हो करे तेरा कारज सब सवारना सबना गल्लां सबरा स्वामी सो क्यों मन विसारे कह नानक मन मेरे सदा रहो हर नाले साचे साहिबा क्या नाही कर तेरा करता तेरा सब किश है जिस दे सो पावे सदा सिव सलाह तेरी नाम मन वसावे नाम जिनका मन वस्या वाजे शब्द कनेरे कहे नानक सच्चे साहिब क्या नाही कर तेरे साचा नाम मेरा आधारो साज नाम आधार मेरा जिन भुखा सब गवाइयां कर शांत सुख मन आए वस्या जिन इच्छा सब पुजाइयां सदा कुर्बान किया गुरु विटो जिस दियां है वड्याइयां कहे नानक सुनो संतो सब तरो प्यारो साचा नाम मेरा आधारो वाजे पंच शब्द तित कर सुभागा शब्द वाजे कला जित कर धारिया पंच दूत दवस कीते काल कंटुक मारिया धुर करम पाया तुल जिन को से नाम हर कै लागे कहे नानक तै सुख होवा तित कारण दवाजे आनंद सुन हमड़ भागी हो सगल मनोरथ पूरे पार ब्रह्म पाया उतरे सगल वसूरे दुख रोग संताप उतरे सुनी सच्ची बाणी संत साजन भय सरसे पूरे गुर ते जानी सुनते पुनीत कहते पवित्र सतगुर है भरपूरे बिनवंत नानक गुर चरण लागे